पाद पंकज बंदन, पाद पंकज बंदन। सिमरो अंगद दुख निकंदन, दुख निकंदन। अमरदास गुर हृदय त्याग, हृदय त्याग। श्री गुरु रामदास गुण गावो, श्री गुरु रामदास गुण गावो। गुरु अर्जन विगलन के नाशक, विगलन के नाशक। गुरु हरगोबिंद शोभ मत प्रकाशक, शोभ मत प्रकाशक। गुरु हर राय नमो कर जोरी, नमो कर जोरी। गुरु हर कृष्ण मनाए बहोरी, मनाए बहोरी। तेग बहादुर परम कृपाला जी, परम कृपाला। गुरु गोबिंद सिंह विसाला, गुरु गोबिंद सिंह विसाला। तरों तरापुर पुन पुन सीसा जी, पुन पुन सीसा। बंदों बार बार जगदीशा, बंदों बार बार जगदीशा। साहिब श्री गुरु तेग बहादुर जी महाराज, उन्हां दे पावन पवित्र अस्थान गुरुद्वारा सीसगंज साहिब विखे शाम के दीवाना के अंदर इतिहास की कथा श्रवण करने के लिए वो गाथा सुनने के लिए, जिहड़ी गाथा जिंदगी नूं बदल दिंदी है, जिहड़ी गाथा मनुख के अंदर एक नवी रोशनी भरती है, उसनूं श्रवण करन दे लई आप जी जुड़ बैठे हो। आओ पहला गुरु जी वालों बख्शी हुए गुरमंत्र के नाल सांझ पा के अगे दी कथा आरंभ करिए जी। सतनाम श्री वाहेगुरु साहिब जी, सतनाम श्री वाहेगुरु साहिब जी। आप जी ने कल तई ये कथा श्रवण की सी। श्री गुरु अंगद देव जी महाराज गुरु नानक देव जी महाराज जी तो विदा लैके महाराज जी उन्होंने कहते हैं भाई लैणिया या तू थोड़े दिन अपने घर अपने परिवार को मिलिया। उन्होंने आयस के अनुसार गुरु नानक देव जी भाई लहणा जी अपने नगर खडूर विच आए हैं अते बहुत नर नारियां उन्होंने मिलण लई आ रहे हैं। पिंड का चौधरी तख्तमल आया है। आओ तकते हाँ किवें वो गुरु साहब जी का आदर सत्कार करता है। तिन तब आए वंदना कीनी,
सेव निमरता मैं मत भीनी। उसने आके तख्त मल ने सलाम की, नमस्कार की, ਅਤੇ ਉਸ ਦੀ ਮੱਤ ਨਿਮਰਤਾ ਦੇ ਵਿੱਚ ਭਿੱਜੀ ਹੋਈ ਹੈ। ਤੇ ਬਿਲੋਕ ਲੈਣਾ ਕਹਿ ਬਚਨਾ, ਮਾਧੁਰਤਾ ਮਿਰ ਦੁਲ ਦਿਨ ਰਚਨਾ। ਉਹਨੂੰ ਵੇਖ ਕੇ ਭਾਈ ਲਹਿਣਾ ਜੀ ਨੇ ਬਚਨ ਕਹੇ, ਕਿਉਂਕਿ ਭਾਈ ਲਹਿਣਾ ਜੀ ਦੀ ਜ਼ਬਾਨ, ਉਹਨਾਂ ਦੇ ਬੋਲ ਬੜੇ ਮਿੱਠੇ ਨੇ। ਉਹਨਾਂ ਨੂੰ ਵੇਖ ਕੇ ਭਾਈ ਲਹਿਣਾ ਜੀ ਬਚਨ ਕਰਦੇ ਹਨ। ਮਤ ਵਿਸਾਲ ਗਲ ਮਿਲੀਏ ਆਈ, ਬੰਧਨ ਕਰ ਕਿਉਂ ਬੈਸਿਓ ਜਾਈ। ਕਹਿੰਦੇ ਕਹਿਣ ਲੱਗੇ, ਹੇ ਵੱਡੀ ਮੱਤ ਵਾਲੇ ਚੌਧਰੀ ਜੀ, ਆ ਕੇ ਗੱਲ ਨਾਲ ਮਿਲੋ। ਕਿਉਂ ਤੁਸੀਂ ਬੰਧਨ ਕਰਕੇ, ਕਿਉਂ ਤੁਸੀਂ ਸਿਰਫ ਮੈਨੂੰ ਨਮਸਕਾਰ ਕਰਕੇ ਪਿੱਛੇ ਬੈਠ ਗਏ ਹੋ। ਸਭ ਨਰ ਮੈਂ ਤੁਮ ਅਦਕ ਬਡੇਰੇ, ਰੋਜ ਗਰਾਮ ਅਨੁਸਾਰ ਸੁ ਤੇਰੇ। ਕਹਿ ਲਗੇ ਮਹਾਰਾਜ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ, ਜਿੰਨੇ ਵੀ ਮਨੁੱਖ ਇੱਥੇ ਆਏ ਨੇ, ਤੁਸੀਂ ਸਾਰਿਆਂ ਦੇ ਵਿੱਚ ਵੱਡੇ ਹੋ ਤੇ ਸਾਰਾ ਨਗਰ ਤੁਹਾਡਾ ਬੜਾ ਚਾਉ ਅਤੇ ਸਤਿਕਾਰ ਕਰਦਾ ਹੈ। ਉੱਚੈ ਪਦ ਕੋ ਪਾਏ ਨਿਮਾਈ, ਉੱਤਮ ਸੇ ਜਗ ਵਿਖੈ ਗਿਨਾਈ। ਮਹਾਰਾਜ ਜੀ ਹੁਣ ਉਹਨੂੰ ਕਹਿੰਦੇ ਨੇ, ਜਗਤ ਦੇ ਵਿੱਚ ਉਹ ਮਨੁੱਖ ਜਿਹੜੇ ਉੱਚੇ ਪਦਵੀਆਂ ਪਾਉਂਦੇ ਨੇ, ਉਹਨਾਂ ਦੀ ਇੱਕ ਪਛਾਣ ਹੁੰਦੀ ਹੈ, ਉਹ ਨੀਵੇਂ ਹੁੰਦੇ। ਇਹ ਦੁਨੀਆ ਦੇ ਵਿੱਚ ਪਛਾਣ ਹੀ ਹੁੰਦੀ ਹੈ, ਜਿਹਦੇ ਕੋਲ ਕੁਝ ਹੈ ਉਹ ਨੀਵਾਂ ਹੈ, ਬਸ ਇਹ ਪਛਾਣ। ਔਰ ਕੱਲੀ ਇਹ ਜਿਹੜੀ ਪਛਾਣ, ਇਹ ਮਨੁੱਖਾਂ ਤੇ ਹੀ ਨਹੀਂ, ਹੋਰ ਵੀ ਪ੍ਰਕਿਰਤੀ ਦੇ ਅੰਦਰ ਅਸੀਂ ਦੇਖ ਸਕਦੇ ਹਾਂ। ਪਲ ਕੋ ਪਾਏ ਤਰੋਵਰ ਜੋਈ, ਸ਼ਾਖਾ ਝੁਕੈ ਤਰਨ ਪਰ ਸੋਈ। ਭਾਈ ਸੰਤੋਖ ਸਿੰਘ ਜੀ ਦੱਸਦੇ ਨੇ, ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਕਹਿੰਦੇ, ਇਹ ਧਰਤੀ ਦੇ ਉੱਤੇ ਇੱਕ ਚੀਜ਼ ਵੇਖੋ, ਜਿਹੜੇ ਦਰਖਤਾਂ ਨੂੰ ਫਲ ਲੱਗਦਾ ਹੈ ਉਹ ਹਮੇਸ਼ਾ ਝੁਕੇ ਰਹਿੰਦੇ ਨੇ। ਐਵੇਂ ਸਮਝੋ, ਜਿਨ੍ਹਾਂ ਮਨੁੱਖਾਂ ਦੇ ਕੋਲ ਸ਼ੁਭ ਗੁਣ ਹੁੰਦੇ ਨੇ, ਜਿਨ੍ਹਾਂ ਮਨੁੱਖਾਂ ਦੇ ਕੋਲ ਚੰਗੇ ਗੁਣ ਹੁੰਦੇ ਨੇ, ਉਹਨਾਂ ਦੀ ਇੱਕ ਪਛਾਣ ਹੈ, ਉਹ ਕਿ ਝੁਕੇ ਰਹਿੰਦੇ। ਜਿਹੜੇ ਝੁਕੇ ਨਹੀਂ, ਉਹਨਾਂ ਕੋਲ ਕੁਝ ਨਹੀਂ ਹੁੰਦਾ। ਇਹਨੂੰ ਆਮ ਕਹਿੰਦੇ ਨੇ, ਕਹਾਵਤ ਹੈ, ਅੱਧ ਖਲ ਗਗਰੀ ਛਲਕਤ ਜਾਏ। ਅੱਧ ਭਰਿਆ ਹੁੰਦਾ ਜਿਹੜਾ ਉਹ ਛਲਕਦਾ ਰਹਿੰਦਾ, ਜਿਹੜੇ ਭਰੇ ਹੁੰਦੇ ਨੇ ਉਹ ਨਹੀਂ ਛਲਕਦੇ। ਹੁਣ ਜਿਨ੍ਹਾਂ ਕੋਲ ਅਰਧ ਗਿਆਨ ਹੈ ਉਹ ਛਲਕਦੇ ਰਹਿੰਦੇ ਹਨ। ਕਹੈ ਚੌਧਰੀ ਤਵੈ ਕਰ ਜੋਰੇ, ਤੁਮ ਸੁਸ਼ੀਲ ਤਿਸ ਪ੍ਰੈ ਮੋਰੇ। ਚੌਧਰੀ ਹੱਥ ਜੋੜ ਕੇ ਕਹਿਣ ਲੱਗਿਆ, ਤਖਤਮਲ ਚੌਧਰੀ ਹੱਥ ਜੋੜ ਕੇ ਕਹਿੰਦਾ, ਹੇ ਭਾਈ ਲਹਿਣਾ, ਤੁਸੀਂ ਮੇਰੇ ਬੜੇ ਪਿਆਰੇ ਹੋ ਤੇ ਤੁਹਾਡਾ ਸੁਭਾਅ ਵੀ ਬੜਾ ਸੁਸ਼ੀਲ ਹੈ, ਬੜਾ ਚੰਗਾ ਹੈ। ਮਹਾਪੁਰਖ ਕੇ ਢਿਗ ਚਿਰ ਕਾਲਾ, ਰਹਿ ਕੇ ਕੀਨੀ ਸੇਵ ਵਿਸ਼ਾਲਾ। ਤੁਸੀਂ ਮਹਾਂਪੁਰਖ ਦੇ ਕੋਲ ਰਹੇ ਹੋ, ਕਹਿੰਦੇ ਭਾਵ ਗੁਰੂ ਨਾਨਕ ਦੇਵ ਜੀ ਦੇ ਕੋਲ ਰਹੇ ਹੋ। ਉੱਥੇ ਰਹਿ ਕੇ ਤੁਸੀਂ ਉਹਨਾਂ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਮਹਾਪੁਰਖ ਕੇ ਭਏ ਸਮਾਨਾ, ਤੁਮ ਕੋ ਪੂਜਨ ਮੈਂ ਪਲ ਜਾਨਾ। ਕਹਿੰਦੇ ਇਸ ਕਰਕੇ ਮੈਂ ਤੁਹਾਨੂੰ ਗਲੇ ਤਾਂ ਨਹੀਂ ਮਿਲਿਆ। ਨਿਮਰਤਾ ਵੇਖੋ ਕਿੰਨੀ। ਕਹਿੰਦੇ ਤੁਸੀਂ ਮਹਾਂਪੁਰਖ ਦੇ ਕੋਲ ਭਾਵ ਗੁਰੂ ਨਾਨਕ ਦੇਵ ਜੀ ਦੇ ਕੋਲ ਰਹੇ ਹੋ, ਉਹਨਾਂ ਨਾਲ ਰਹਿ ਕੇ ਤੁਸੀਂ ਵੀ ਉਹਨਾਂ ਵਰਗੇ ਹੋ ਗਏ। ਹੋਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਜਿਹੜੇ ਮਨੁੱਖ ਰੋਜ਼ ਸਤ ਸੰਗਤ ਵਿੱਚ ਆਉਂਦੇ ਨੇ, ਸੱਚੀਆਂ ਗੱਲਾਂ ਸੁਣਦੇ ਨੇ, ਬ੍ਰਹਮ ਦੀ ਵਿਚਾਰ ਸੁਣਦੇ ਨੇ, ਉਹ ਸੱਚੇ ਹੀ ਹੋ ਜਾਂਦੇ ਨੇ। ਕਦੀ ਵੇਖਣਾ ਜਿਹੜੇ ਮਨੁੱਖ
ਦੁਨੀਆ ਦੇ ਨਾਟਕ ਚੇਟਕ ਫਿਲਮਾਂ ਵੇਖਦੇ ਨੇ, ਉਹ ਨੌਟੰਕੀ ਹੀ ਹੋ ਜਾਂਦੇ ਨੇ। ਜ਼ਿੰਦਗੀ ਵੀ ਉਹਨਾਂ ਵਾਸਤੇ ਨਾਟਕ ਹੀ ਹੈ। ਜਿਵੇਂ ਉਹ ਵੇਖਣਗੇ, ਮਾਰ ਕੇ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਗ ਵਿਖਾਏ। ਜਿਹੋ ਜਿਹਾ ਸੁਣਾਂਗੇ, ਜੈਸਾ ਸੇਵੇ ਐਸਾ ਹੋਏ। ਜਿਹੋ ਜੀ ਤੁਸੀਂ ਸੇਵਾ ਕਰਾਂਗੇ, ਆਪਾਂ ਮਨੁੱਖ ਜਿਹੋ ਜੀ ਸੇਵਾ ਕਰੇਗਾ, ਜਿਹੋ ਜਿਹੀਆਂ ਚੀਜ਼ਾਂ ਨੂੰ ਸਾਰਾ ਦਿਨ ਵੇਖੇਗਾ, ਜਿਨ੍ਹਾਂ ਮਨੁੱਖਾਂ ਦੇ ਕੋਲ ਰੋਜ਼ ਬਹੇਗਾ, ਉਹਨਾਂ ਵਰਗਾ ਹੀ ਹੋ ਜਾਏਗਾ। ਚੋਰਾਂ ਦੇ ਕੋਲ ਰੋਜ਼ ਬਹੇ, ਉਹਨੂੰ ਕਹਿਣ ਦੀ ਲੋੜ ਨਹੀਂ ਮੈਨੂੰ ਚੋਰ ਬਣਾ ਦਿਓ, ਆਪਣੇ ਆਪ ਹੀ ਬਣ ਜਾਏਗਾ। ਹੋਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਚੰਦਨ ਦਾ ਰੁੱਖ ਜਿਹੜਾ ਹੈ, ਉਹ ਕਹਿੰਦਾ ਥੋੜੀ ਨਾ ਨੇੜੇ ਵਾਲੇ ਦਰਖਤਾਂ ਨੂੰ ਤੁਸੀਂ ਚੰਦਨ ਬਣੋ, ਨਹੀਂ, ਆਪਣੇ ਆਪ ਹੀ ਬਣ ਜਾਂਦੇ ਨੇ। ਜਿਹੜੇ ਮਨੁੱਖ ਸਤ ਸੰਗਤ 'ਚ ਆਉਂਦੇ ਨੇ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਸੰਤ ਬਣੋ, ਆਪਣੇ ਆਪ ਹੀ ਬਣ ਜਾਂਦੇ ਨੇ। ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਸਾਧ ਬਣੋ, ਆਪਣੇ ਆਪ ਹੀ ਬਣ ਜਾਂਦੇ। ਸਤ ਸੰਗਤ ਹੈ ਹੀ ਏਡੀ ਮਹਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤਖਤਮਲ ਚੌਧਰੀ ਮਹਾਰਾਜ ਨੂੰ ਕਹਿੰਦਾ ਹੈ, ਮਹਾਰਾਜ ਮੈਂ ਤੁਹਾਡੇ ਗਲ ਆ ਕੇ ਤਾਂ ਨਹੀਂ ਮਿਲਿਆ ਕਿਉਂਕਿ ਤੁਸੀਂ ਮਹਾਂਪੁਰਖ ਦੇ ਕੋਲ ਰਹੇ, ਉਹਨਾਂ ਦੇ ਜਿੰਨੇ ਵੱਡੇ ਹੋ। ਮੈਂ ਸੋਚਦਾ ਮੈਂ ਤੇ ਥੱਲੇ ਬਹਿ ਕੇ ਤੁਹਾਨੂੰ ਨਮਸਕਾਰ ਕਰਾਂ। ਕਰ ਸੋ ਮਿਲਨ ਯੋਗ ਅਬਨਾਹੀ, ਸੇਵਾ ਕਰਨ ਟਟੋ ਮਨ ਮਾਹੀ। ਹੁਣ ਤੁਹਾਡੇ ਨਾਲ ਮੈਂ ਗੱਲ ਨਹੀਂ ਮਿਲ ਸਕਦਾ, ਹੁਣ ਤੇ ਮੈਂ ਸਿਰਫ ਤੁਹਾਡੀ ਸੇਵਾ ਕਰਾਂਗਾ। ਹੁਣ ਮੈਂ ਤੁਹਾਡੀ ਸੇਵਾ ਕਰਕੇ ਆਪਣੇ ਆਪ ਦਾ ਜਨਮ ਉੱਤਮ ਸਮਝਾਂਗਾ। ਸੁਨ ਸ੍ਰੀ ਲੈਣਾ ਹਰ ਕਿਉ ਭਾਰੀ, ਖੁਸ਼ੀ ਅਧਿਕ ਤੇ ਉਪਰ ਧਾਰੀ। ਉਹਦੀ ਨਿਮਰਤਾ ਨੂੰ ਵੇਖ ਕੇ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਬੜੇ ਖੁਸ਼ ਹੋਏ, ਕਿਉਂਕਿ ਗੁਰੂ ਖੁਸ਼ ਹੀ ਨਿਮਰਤਾ ਤੇ ਹੁੰਦਾ ਹੈ। ਗੁਰੂ ਨੂੰ, ਪਰਮਾਤਮਾ ਨੂੰ ਮਨੁੱਖ ਚੰਗੇ ਹੀ ਉਹ ਲੱਗਦੇ ਨੇ ਜਿਹੜੇ ਨਿਮਰਤਾ 'ਚ ਰਹਿੰਦੇ। ਸੱਚ ਕਰਕੇ ਜਾਣਨਾ, ਗੁਰਬਾਣੀ ਕਹਿੰਦੀ। ਮਹਾਰਾਜ ਕਹਿੰਦੇ ਜਿਨ੍ਹਾਂ ਕੋਲ ਨਿਮਰਤਾ ਨਹੀਂ, ਰੱਬ ਨੂੰ ਚੰਗੇ ਨਹੀਂ ਲੱਗਦੇ। ਯਾਦ ਰੱਖਣਾ, ਜਿਨ੍ਹਾਂ ਦੇ ਕੋਲ ਨਿਮਰਤਾ ਨਹੀਂ, ਉਹ ਸਮਾਜ ਨੂੰ ਵੀ ਚੰਗੇ ਨਹੀਂ ਲੱਗਦੇ, ਨਾ ਆਪਣੇ ਪਰਿਵਾਰ 'ਚ ਕਿਸੇ ਨੂੰ ਚੰਗੇ ਲੱਗਦੇ। ਜਿਸ ਮਨੁੱਖ ਦੇ ਕੋਲ ਨਿਮਰਤਾ ਹੋਏ, ਅੰਦਰੋਂ ਠੰਡਾ ਹੋਏ ਜਿਹੜਾ, ਉਹਨੂੰ ਸਾਰੇ ਇੱਕ ਤੇ ਉਹਦੇ ਕੋਲ ਗਿਆਨ ਹੋਏਗਾ। ਪਹਿਲੀ ਤੇ ਨਿਸ਼ਾਨੀ ਉਹਦੀ ਇਹ, ਜਿਹੜਾ ਮਨੁੱਖ ਠੰਡਾ ਹੋਏਗਾ ਉਹਦੀ ਇੱਕ ਹੀ ਨਿਸ਼ਾਨੀ ਹੈ, ਉਹ ਕਾਹਲਾ ਨਹੀਂ ਪਏਗਾ। ਅੱਜ ਦੀ ਦੁਨੀਆ ਕਾਹਲਿਆਂ ਦੀ ਹੈ। ਮੈਂ ਤਾਂ ਕਈ ਵਾਰੀ ਦੇਖਦਾ, ਅਖਬਾਰਾਂ ਵਿੱਚ ਪੜ੍ਹੀਦਾ ਹੈ, ਮਾੜਾ ਜਿਹਾ ਕੋਲੋਂ ਕੋਈ ਗੱਡੀ ਭਜਾ ਕੇ ਲੰਘ ਜੇ, ਕਹਿੰਦੇ ਫਲਾਣੇ ਮਨੁੱਖ ਨੇ ਉਹਦਾ ਐਕਸੀਡੈਂਟ ਕਰ ਦਿੱਤਾ। ਕਿਉਂ? ਉਹਦੇ ਕੋਲੋਂ ਗੱਡੀ ਭਜਾ ਕੇ ਨਿਕਲ ਗਿਆ। ਕਾਹਲਾਪਣ, ਕਾਹਲਾਪਣ ਜ਼ਿੰਦਗੀ 'ਚ ਹਮੇਸ਼ਾ ਮਾਰਦਾ ਹੈ। ਭਾਈ ਲਹਿਣਾ ਜੀ ਬੜੇ ਖੁਸ਼ ਹੋਏ ਕਿਉਂਕਿ ਉਹਦੀ ਨਿਮਰਤਾ ਵੇਖੀ, ਤੇ ਨਿਮਰਤਾ ਵੇਖ ਕੇ ਹੁਣ ਉਹਨੂੰ ਕੀ ਵਰ ਦਿੰਦੇ ਹਨ। ਕਹਿਓ ਬਚਨ ਤੂੰ ਅਤ ਪ੍ਰਿਤ ਹੋਵੇ, ਸਤਿਗੁਰ ਭਾਵੈ ਸਭ ਦੁਖ ਕੋਵੈ। ਭਾਈ ਲਹਿਣਾ ਜੀ ਕਹਿੰਦੇ ਸੱਜਣਾ ਇਹ ਗੱਲ ਯਾਦ ਰੱਖੀ, ਤੂੰ ਬੜਾ ਵੱਡਾ ਮਹਾਂਪੁਰਖ ਬਣੇਗਾ। ਖੁਸ਼ ਹੋ ਗਏ। ਤਾਂ ਹੀ ਕਹਿੰਦੇ ਨੇ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ। ਇਹਦਾ ਇਹ ਨਹੀਂ ਵੀ ਕਿਸੇ ਨੂੰ ਨਾਲ ਲੈ ਕੇ ਜਾਣਾ, ਹੰਕਾਰ ਨਾਲ ਲੈ ਕੇ ਜਾਓ, ਲੋਭ ਨਾਲ ਲੈ ਕੇ ਜਾਓ, ਅਭਿਮਾਨ ਨਾਲ ਲੈ ਕੇ ਜਾਓ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਣ ਆਈਏ, ਇਹ ਚੀਜ਼ਾਂ ਛੱਡ ਕੇ ਆਈਏ ਘਰ, ਫੇਰ ਕੁਝ ਮਿਲਦਾ ਇੱਥੋਂ। ਉਹ ਤੋਂ ਪਹਿਲਾਂ ਕੁਝ ਨਹੀਂ। ਪਰਮਾਤਮਾ ਦੇ ਦਰ 'ਤੇ ਆਏ ਆ। ਮੈਂ ਜਦੋਂ ਆਏ ਆ ਬੜਾ ਨਿਮਰਤਾ ਦੇ ਨਾਲ ਵੀ ਮੈਂ ਸੰਗਤ 'ਚ ਚੱਲਿਆ, ਮੈਂ ਇਹ ਵੇਖਾਂ ਮੇਰੀ ਬਾਹਰ ਦੀ ਸ਼ੋਭਾ ਕਿਤੇ ਸੰਗਤ ਨੂੰ ਪ੍ਰਭਾਵਿਤ ਨਾ ਕਰੇ। ਮੈਂ ਨੀਵਾਂ ਰਵਾਂ ਸੰਗਤ 'ਚ ਬੈਠ ਕੇ, ਐਸਾ ਬਣ ਕੇ ਕਹਿੰਦੇ ਗੁਰਦੁਆਰੇ ਆਉਣਾ ਚਾਹੀਦਾ ਹੈ। ਕਹਿੰਦੇ ਕਹਿਓ ਬਚਨ, ਉਹਨਾਂ ਨੇ ਬਚਨ ਕਹੇ, ਤੂੰ ਬੜਾ ਵੱਡਾ ਮਹਾਂਪੁਰਖ ਬਣੇਗਾ, ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਹੀ ਦੂਰ ਹੋ ਜਾਣਗੇ। ਪਾਏ ਸਦਨ ਮਹਿ ਸਰਬ ਪਦਾਰਥ, ਜਾਏ ਪ੍ਰਲੋਕ ਹੋਏ ਕਿਰਤਾਰਥ। ਕਹਿੰਦੇ ਤੇਰੇ ਘਰ ਦੇ ਵਿੱਚ ਸਾਰੇ ਪਦਾਰਥ ਹੋਣਗੇ। ਬਚਨ ਕਰਤਾ ਗੁਰੂ ਦੇ ਪਿਆਰੇ ਨੇ,
ਭਾਈ ਲਹਿਣਾ ਜੀ ਭਾਵ ਗੁਰੂ ਅੰਗਦ ਦੇਵ ਜੀ ਮਹਾਰਾਜ ਬਚਨ ਕੀਤਾ, ਤਖਤ ਮਲ ਚੌਧਰੀ ਤੂੰ ਇੰਨੀ ਨਿਮਰਤਾ 'ਚ ਰਹਿਣ ਵਾਲਾ ਹੈ, ਤੇਰੇ ਘਰ ਸਾਰੇ ਪਦਾਰਥ ਹੋ ਜਾਣਗੇ ਤੇ ਪ੍ਰਲੋਕ ਦੇ ਵਿੱਚ ਵੀ ਤੂੰ ਨਿਹਾਲ ਹੋ ਜਾਏਗਾ। ਤਬ ਤੇ ਤੇ ਨਿਕੇਤ ਕੇ ਮਾਹੀ, ਕਿਸੂ ਵਸਤ ਕੀ ਕਮਤੀ ਨਾਹੀ। ਉਸ ਦਿਨ ਤੋਂ ਲੈ ਕੇ ਉਹ ਤਖਤ ਮਲ ਚੌਧਰੀ ਦੇ ਘਰ ਵਿੱਚ ਕੋਈ ਕਮੀ ਨਾ ਰਹੀ, ਸਾਰੀਆਂ ਚੀਜ਼ਾਂ ਬਹੁਤ ਜ਼ਿਆਦੀਆਂ ਹੋ ਗਈਆਂ। ਕਰਨੀ ਭਗਤ ਹਿਰਦੇ ਮੈਂ ਜਾਗੀ, ਸਤਿਗੁਰ ਨਾਮ ਸੰਗ ਲਿਵ ਲਾਗੀ। ਉਹਦੇ ਹਿਰਦੇ ਦੇ ਅੰਦਰ ਗੁਰੂ ਦੀ ਭਗਤੀ ਜਾਗ ਪਈ, ਸਾਰਾ ਦਿਨ ਹੁਣ ਉਹ ਪਰਮੇਸ਼ਰ ਦੀ ਭਗਤੀ ਵਿੱਚ ਲੱਗਾ ਰਹਿੰਦਾ ਹੈ। ਬਹੁਰ ਕਰਤ ਭਏ ਸਤ ਭਾਉ, ਉਸਤਤ ਕਰਹਿ ਲੇਤ ਮੁਖ ਨਾਉ। ਕਹਿੰਦੇ ਫਿਰ ਉਹਦੇ ਦਿਲ ਦੇ ਵਿੱਚ ਸੱਚਾ ਪਿਆਰ ਲੱਗ ਗਿਆ, ਰੋਜ਼ ਰੋਜ਼ ਰੱਬ ਦਾ ਨਾਮ ਲੈਂਦੇ ਆ, ਰੋਜ਼ ਰੋਜ਼ ਵਾਹਿਗੁਰੂ ਵਾਹਿਗੁਰੂ ਕਰਦੇ ਆ, ਇੱਕ ਦਿਨ ਅੰਦਰ ਪ੍ਰੇਮ ਜਾਗ ਪੈਂਦਾ ਹੈ। ਜਗਾਉਣਾ ਹੀ ਹੈ ਪ੍ਰੇਮ ਨੂੰ, ਹੈ ਤੇ ਹੈ ਅੰਦਰ। ਮਹਾਰਾਜ ਬਾਣੀ 'ਚ ਕਹਿੰਦੇ ਨੇ ਗੁਰਬਾਣੀ ਇਸ ਜਗ ਮਹਿ ਚਾਨਣ। ਜੇ ਅਸੀਂ ਮਹਾਰਾਜ ਨੂੰ ਪੁੱਛੀਏ ਮਹਾਰਾਜ ਚਾਨਣ ਤੇ ਬਾਹਰ ਬੜਾ ਹੈ, ਜਗ ਮਹਿ ਚਾਨਣ, ਦੁਨੀਆ ਵਿੱਚ ਤੇ ਚਾਨਣ ਸੂਰਜ ਨਾਲ ਹੁੰਦਾ ਹੈ, ਗੁਰਬਾਣੀ ਨਾਲ ਚਾਨਣ ਕਿਵੇਂ ਹੋਏਗਾ? ਮਹਾਰਾਜ ਕਹਿੰਦੇ ਦੁਨੀਆ ਦਾ ਚਾਨਣ ਹੋ ਸਕਦਾ ਹੈ, ਪਰ ਇਸ ਚਾਨਣ ਦੇ ਅੰਦਰ ਬਾਹਰ ਦੇ ਪਦਾਰਥ ਵਿਖਦੇ ਨੇ, ਪਰ ਦੇ ਅੰਦਰ ਦੀ ਸੱਚਾਈ ਵਿਖਣੀ ਹੈ। ਜਗ ਇੱਕ ਅੰਦਰ ਵੀ ਹੈ, ਪੰਜੇ ਗਿਆਨ ਇੰਦਰੇ, ਅੱਖਾਂ, ਕੰਨ, ਇਹਨਾਂ ਨੂੰ ਸੱਚਾਈ ਜਿੱਦਣ ਮਨ ਦੇ ਵਿੱਚ ਸੱਚ ਹੁੰਦਾ ਹੈ ਉਦੋਂ ਵਿਖਦਾ ਹੈ। ਗੁਰਬਾਣੀ ਮਨ ਦੇ ਅੰਦਰ ਚਾਨਣ ਕਰ ਦਿੰਦੀ ਹੈ। ਜਿੱਦਣ ਮਨ ਦੇ ਅੰਦਰ ਚਾਨਣ ਹੁੰਦਾ ਹੈ, ਸੱਚ ਕਰਕੇ ਜਾਣਿਓ ਦੁਨੀਆ ਸਾਰੀ ਹੋਰ ਹੀ ਵਿਖਦੀ ਹੈ। ਉਸ ਦਿਨ ਦੁਨੀਆ ਦਾ ਵੇਖਣ ਦਾ ਜਿਹੜਾ ਦ੍ਰਿਸ਼ਟੀ ਮਨੁੱਖ ਦੀ ਬਦਲ ਜਾਂਦੀ ਹੈ। ਦੋਹਰਾ ਤੇ ਸਿੰਘ ਬੈਠਿਓ ਤਖਤ ਮਲ, ਮਾਨਵ ਪਰਸੋ ਬ੍ਰਿੰਦ। ਉਸ ਸਮੇਂ ਫਿਰ ਤਖਤ ਮਲ ਜਿਹੜਾ ਸੀ ਉਹ ਆ ਕੇ ਗੁਰੂ ਜੀ ਦੇ ਕੋਲ ਬੈਠਾ। ਹੋਰ ਵੀ ਜਿਹੜੇ ਮਾਲਕ ਜਿੰਨੇ ਵੀ ਮਨੁੱਖ ਆਏ ਸਨ ਗੁਰੂ ਸਾਹਿਬ ਜੀ ਦੇ ਕੋਲ ਬੈਠ ਗਏ। ਸ਼ਬਦ ਉਚਾਰਿਓ ਸਤਿਗੁਰੂ, ਸ਼ਰਧਾ ਹਿਤ ਸੁਖ ਕੰਦ। ਗੁਰੂ ਸਾਹਿਬ ਜੀ ਨੇ ਬੜੀ ਸ਼ਰਧਾ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਸਾਰਿਆਂ ਨੂੰ ਸੁਣਾਇਆ ਹੈ। ਸੋਹੀ ਮਹੱਲਾ ਪਹਿਲਾ, ਜਿਨ ਕੋ ਭਾਂਡੈ ਭਾਉ ਤਿਨਾ ਸਵਾਰ ਸੀ। ਭਾਈ ਲਹਿਣਾ ਜੀ ਕਹਿੰਦੇ ਭਾਈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਿਨ੍ਹਾਂ ਦੇ ਦਿਲਾਂ ਅੰਦਰ ਪ੍ਰੇਮ ਹੁੰਦਾ ਹੈ ਪਰਮਾਤਮਾ ਉਹਨਾਂ ਨੂੰ ਸਵਾਰ ਦਿੰਦਾ ਹੈ। ਸੁਖੀ ਕਰੈ ਪਸਾਓ, ਦੁਖ ਵਿਸਾਰ ਸੀ। ਉਹਨਾਂ ਦੇ ਹਿਰਦੇ ਦੇ ਅੰਦਰ ਸੁੱਖ ਦਾ ਪਸਾਰਾ ਕਰਦਾ ਹੈ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਅੰਦਰ ਹਿਰਦੇ ਵਿੱਚ ਵੀ ਸ਼ਾਂਤੀ ਆ ਜਾਂਦੀ ਹੈ। ਜਿੰਨੇ ਵੀ ਦੁੱਖ ਨੇ ਸਾਰਿਆਂ ਦਾ ਨਾਸ਼ ਹੋ ਜਾਂਦਾ ਹੈ। ਸਹਸਾ ਮੂਲੇ ਨਾਹੇ, ਸਰ ਪਰ ਤਾਰ ਸੀ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਭਾਈ ਲਹਿਣਾ ਜੀ ਕਹਿੰਦੇ ਭਾਈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਕਦੇ ਮਨ ਵਿੱਚ ਸ਼ੰਕਾ ਨਾ ਕਰਿਓ ਵੀ ਰੱਬ ਦਾ ਨਾਮ ਲਿਆ ਕਿਤੇ ਉਧਰਾਂਗੇ ਕਿ ਨਹੀਂ। ਇਸ ਗੱਲ ਦੇ ਵਿੱਚ ਕੋਈ ਦੁਰਾਏ ਨਹੀਂ ਹੈ। ਜਿਹੜੇ ਮਨੁੱਖ ਪਰਮੇਸ਼ਰ ਦਾ ਨਾਮ ਲੈਂਦੇ ਨੇ ਪਰਮੇਸ਼ਰ ਉਹਨਾਂ ਨੂੰ ਪੱਕੇ ਤੌਰ ਤੇ ਤਾਰ ਦਿੰਦਾ ਹੈ। ਤਿੰਨਾ ਮਿਲਿਆ ਗੁਰ ਆਏ, ਜਿਨ ਕਉ ਲਿਖਿਆ। ਹੁਣ ਇੱਥੇ ਕਹਿੰਦੇ ਨੇ ਉਹਨਾਂ ਨੂੰ ਗੁਰੂ ਮਿਲਦਾ ਹੈ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਹੈ। ਕਰਮਾਂ ਵਿੱਚ ਕਿਵੇਂ ਲਿਖਿਆ? ਮਨੁੱਖ ਸਤ ਸੰਗਤ ਦੇ ਵਿੱਚ ਆ ਰਿਹਾ ਹੈ, ਇੱਥੋਂ ਇਹਦੇ ਭਾਗਾਂ ਦੀ ਨਿਸ਼ਾਨੀ ਪਤਾ ਲੱਗਦੀ ਹੈ। ਦੁਨੀਆ ਦੇ ਵਿੱਚ ਕਿਸੇ ਨੂੰ ਵੇਖਣਾ ਹੋਏ ਨਾ, ਇਹ ਕਿੱਡੇ ਸਤਰ ਦਾ ਮਨੁੱਖ ਹੈ, ਕਿੱਡੀ ਕਿਹਦੀ ਪਹੁੰਚ ਹੈ, ਉਹਦੇ ਬਾਹਰ ਦੀ ਰਹਿਣੀ ਬਹਿਣੀ ਤੋਂ ਪਤਾ ਲੱਗ ਜਾਂਦਾ ਹੈ ਮਨੁੱਖ ਕਿੰਨੀ ਦੂਰ ਤੇ ਜਾਏਗਾ। ਕਿਸੇ ਵੀ ਮਨੁੱਖ ਨੂੰ ਪਛਾਣਨਾ ਹੋਵੇ ਉਹਦੀ ਸੰਗਤ ਤੋਂ ਪਛਾਣਿਆ ਜਾ ਸਕਦਾ ਹੈ। ਉਹਨੂੰ ਬਹੁਤਾ ਵੇਖਣ ਦੀ ਲੋੜ ਹੀ ਨਹੀਂ। ਇਹ ਵੇਖੋ ਉਹਦੀ ਯਾਰੀ ਦੋਸਤੀ ਕਿੰਨਾ ਨਾਲ ਹੈ। ਸੰਗਤ ਵੇਖਣੀ ਚਾਹੀਦੀ ਉਹਦੀ। ਜਿਹੋ ਜਿਹੇ ਮਨੁੱਖਾਂ ਨਾਲ ਉਹਦੀ ਸੰਗਤ ਹੈ ਬਸ ਇਹੋ ਜਿਹਾ ਹੀ ਉਹ ਹੈ। ਕਿਉਂਕਿ ਮਹਾਰਾਜ ਕਹਿੰਦੇ ਵਿੱਚ ਸੱਚੇ ਕੂੜ ਨਾ ਗੱਡਈ। ਜਿੱਦਣ ਜਿਹੜੇ ਸੱਚ ਹੁੰਦੇ ਨੇ, ਜਿੱਥੇ ਸੱਚ ਵਰਤਦਾ ਝੂਠਿਆਂ ਨੂੰ ਤੇ ਚੰਗਾ ਹੀ ਨਹੀਂ ਲੱਗਦਾ। ਜਿੱਥੇ ਗੁਰੂ ਦੀ ਗੱਲ ਹੁੰਦੀ ਹੋਏ, ਜਿਹਦਾ ਮਨ ਮਾਇਆ ਦੇ ਨਾਲ ਰੰਗਿਆ ਹੋਏ, ਸਾਰਾ ਦਿਨ
ਤ੍ਰਿਸ਼ਨਾ ਦੀ ਅੱਗ ਜਿਹਦੇ ਅੰਦਰ ਚੱਲ ਰਹੀ ਹੈ, ਸਾਰਾ ਦਿਨ ਜਿਹਨੂੰ ਪਤਾ ਹੀ ਨਹੀਂ ਦਿਨ ਹੈ ਕਿ ਰਾਤ ਹੈ, ਸਿਰਫ ਇੱਕੋ ਹੀ ਲੱਟ ਅੰਦਰ ਲੱਗੀ ਹੋਈ ਹੈ, ਬਹੁਤ ਕਮਾ ਕੇ ਅਲਮਾਰੀਆਂ ਭਰ ਲਵਾ। ਤੇ ਯਾਦ ਰੱਖਿਓ ਸੱਜਣੋ, ਉਹਨੂੰ ਤੇ ਪਤਾ ਹੀ ਨਹੀਂ ਲੱਗਦਾ ਗੁਰੂ ਕੀ ਹੈ। ਜੇ ਐਸੇ ਮਨੁੱਖਾਂ ਕੋਲ ਕਿਸੇ ਦੀ ਸੰਗਤ ਹੈ, ਉਹਨੂੰ ਕਹਿਣ ਦੀ ਲੋੜ ਹੀ ਨਹੀਂ ਗੁਰਮੁਖ ਹੈ ਕਿ ਨਹੀਂ। ਮਹਾਰਾਜ ਕਹਿੰਦੇ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ। ਜਿਨ੍ਹਾਂ ਦੇ ਕਰਮ ਚੰਗੇ ਨੇ, ਭਾਵ ਜਿਨ੍ਹਾਂ ਦੀ ਸੰਗਤ ਚੰਗੀ ਹੈ, ਇਸ ਕਰਕੇ ਮਨੁੱਖ ਦੀ ਪਛਾਣ ਕਰਨੀ ਹੋਏ ਉਹਦੀ ਸੰਗਤ ਤੋਂ ਵੇਖੋ ਕਿੰਨੇ ਮਨੁੱਖਾਂ ਦੀ ਉਹ ਸੰਗਤ ਕਰਦਾ ਹੈ। ਤੇ ਜਦੋਂ ਵੱਡੇ ਭਾਗ ਬਣਦੇ ਨੇ, ਇਹ ਵੱਡੇ ਭਾਗਾਂ ਦੀ ਵੀ ਇੱਕ ਨਿਸ਼ਾਨੀ ਗੁਰੂ ਸਾਹਿਬ ਨੇ ਦਿੱਤੀ। ਗੁਰਬਾਣੀ ਦੇ ਵਿੱਚ ਇੱਕ ਵੱਡੇ ਭਾਗਾਂ ਦੀ ਨਿਸ਼ਾਨੀ ਮਹਾਰਾਜ ਨੇ ਦੱਸੀ ਹੈ। ਉਹ ਨਿਸ਼ਾਨੀ ਕੀ ਹੈ? ਵੱਡ ਭਾਗੀ ਹਰ ਸੰਗਤ ਪਾਵੇ। ਵੱਡ ਭਾਗੀ ਦੀ ਇੱਕ ਨਿਸ਼ਾਨੀ ਹੈ, ਜਿਹਦੇ ਭਾਗ ਵੱਡੇ ਨੇ ਉਹਦੀ ਇੱਕ ਨਿਸ਼ਾਨੀ, ਉਹ ਰੱਬ ਦੀ ਸੰਗਤ ਚ ਆਏਗਾ, ਬਸ ਚੰਗਿਆਂ ਦੀ ਸੰਗਤ ਚ ਬਹੇਗਾ। ਵੱਡ ਭਾਗੀ ਹਰ ਸੰਗਤ ਪਾਵੇ। ਤੇ ਮਹਾਰਾਜ ਜਿਹਦੇ ਭਾਗ ਮਾੜੇ ਨੇ, ਜਿਹਦੇ ਕਰਮ ਚੰਗੇ ਨਹੀਂ ਲਿਖੇ, ਭਾਗਹੀਣ ਭ੍ਰਮ ਚੋਟਾਂ ਖਾਵੇ, ਉਹਦੀ ਇਹ ਨਿਸ਼ਾਨੀ ਹੈ। ਸਾਰਾ ਦਿਨ ਦੁਨੀਆ ਦੇ ਵਿੱਚ ਘੁੰਮਦਾ ਰਹੇਗਾ, ਕਿਉਂਕਿ ਉਹਦੇ ਭਾਗ ਚੰਗੇ ਨਹੀਂ ਹਨ। ਅੰਮ੍ਰਿਤ ਹਰ ਕਾ ਨਾਮ ਦੇਵੈ ਦੀਖਿਆ। ਫਿਰ ਪਰਮਾਤਮਾ, ਜਿਹੜੇ ਪਰਮਾਤਮਾ ਦੀ ਸੰਗਤ 'ਚ ਆਉਂਦੇ ਨੇ, ਉਹਨਾਂ ਨੂੰ ਦਿੰਦਾ ਕੀ ਹੈ? ਜਿਹੜੇ ਅਸੀਂ ਜਾਣਦੇ ਹਾਂ ਕਿਸੇ ਦੀ ਸੰਗਤ ਆਈ ਕੁਝ ਲੈ ਕੇ ਹੀ ਆਈਦਾ ਘਰ। ਕਹਿੰਦੇ ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ। ਉਹ ਦਾਨ ਕੀ ਦਿੰਦਾ ਹੈ? ਹਰ ਦਾ ਨਾਮ, ਪਰਮੇਸ਼ਰ ਦੀ ਬੰਦਗੀ। ਫਰੀਦ ਸਾਹਿਬ ਤੇ ਮੰਗਦੇ ਨੇ, ਸ਼ੇਖ ਫਰੀਦਾ ਹੈ ਖੈਰ ਦੀਜੈ ਬੰਦਗੀ। ਜੇ ਪਰਮਾਤਮਾ ਤੂੰ ਮੈਨੂੰ ਕੋਈ ਖੈਰ ਦੇਣੀ ਹੈ, ਜੇ ਤੂੰ ਚਾਹੁੰਦਾ ਮੇਰੀ ਜ਼ਿੰਦਗੀ ਬਦਲੇ, ਫਿਰ ਮੈਨੂੰ ਇੱਕ ਦਾਨ ਦਈ। ਏਕ ਵਸਤ ਹੋ ਤੋ ਪੈ ਮੰਗੋ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਮੈਨੂੰ ਬੰਦਗੀ ਦੀ ਦਾਤ ਬਖਸ਼ ਦੇ। ਚਾਲੇ ਸਤਿਗੁਰ ਭਾਏ ਬਹੇ ਨਾ ਪੀਖਿਆ। ਫਿਰ ਉਹਨਾਂ ਮਨੁੱਖਾਂ ਦੀ ਇੱਕ ਪਛਾਣ ਵੀ ਹੈ ਜਿਹੜੇ ਗੁਰੂ ਦੀ ਸੰਗਤ 'ਚ ਆਉਂਦੇ ਨੇ। ਉਹਨਾਂ ਦੀ ਇੱਕ ਪਛਾਣ ਹੈ, ਗੁਰੂ ਦੇ ਭਾਏ ਤੇ ਚੱਲਦੇ ਨੇ, ਦਰ ਦਰ ਤੋਂ ਮੰਗਦੇ ਨੇ। ਅੱਜ ਇਹ ਨਹੀਂ ਗੁਰਦੁਆਰੇ ਆ ਰਹੇ ਆ, ਇੱਥੇ ਅਰਦਾਸ ਕਰਾਈ, ਨਹੀਂ ਮਿਲਿਆ, ਚਲੋ ਗਾਂਹ ਚੱਲ ਪਈਏ, ਐਸਾ ਨਹੀਂ ਹੈ। ਉਹਨਾਂ ਦੀ ਇਹ ਪਛਾਣ ਹੈ। ਭਗਤ ਫਰੀਦ ਸਾਹਿਬ ਤੇ ਇਹ ਵੀ ਕਹਿੰਦੇ ਨੇ, ਰੱਬ ਨੂੰ ਕਹਿੰਦੇ ਨੇ, ਰੱਬਾ ਦੋ ਕੰਮ ਕਰੀ, ਜਾਂ ਤੇ ਮੈਨੂੰ ਕਿਸੇ ਦੇ ਦਰ ਤੇ ਮੰਗਣ ਨਾ ਲਾਈ, ਜਿੱਦੇ ਜੇ ਮੰਗਣ ਲਾਉਣਾ ਹੀ ਫਿਰ ਇਹ ਸਰੀਰ ਤੋਂ ਜਾਨ ਕੱਢ ਲਈ, ਮੈਂ ਇਹ ਕੰਮ ਨਹੀਂ ਕਰ ਸਕਦਾ। ਜੇ ਤੇਰੇ ਦਰ ਤੋਂ ਹੀ ਮੰਗ ਸਕਦਾ ਮੈਂ, ਦੂਜਿਆਂ ਅੱਗੇ ਨਹੀਂ। ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ। ਰੱਬ ਦੇ ਰਾਹ ਤੇ ਚੱਲਣ ਵਾਲਿਆਂ ਦੀ ਇਹ ਨਿਸ਼ਾਨੀ ਹੈ। ਹਰੇਕ ਮਨੁੱਖ ਦੇ ਅੱਗੇ ਨਹੀਂ ਹੱਥ ਅੱਡਦੇ, ਹਰੇਕ ਮਨੁੱਖ ਦੇ ਉੱਤੋਂ ਦਿਖਿਆ ਨਹੀਂ ਲੈਂਦੇ, ਰੱਬ ਦੇ ਨਾਂ ਦੀ ਬੰਦਗੀ ਨਹੀਂ। ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ। ਪਰਮਾਤਮਾ ਜੀ, ਜੇ ਤੂੰ ਐਵੇਂ ਰੱਖਣਾ ਹੈ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ, ਆ ਜਿੰਦੀ ਲੈ ਲਾ। ਜੇ ਤੇਰਾ ਭਗਤ ਹੋ ਕੇ ਤੇਰੀ ਬੰਦਗੀ ਕਰਕੇ ਦੁਨੀਆ ਤੋਂ ਮੰਗਣਾ ਪੈ ਗਿਆ, ਫਿਰ ਬੰਦਗੀ ਕਰਨ ਦਾ ਕੀ ਫਾਇਦਾ ਹੋਇਆ? ਜੇ ਤੇਰੀ ਬੰਦਗੀ ਦਾ ਨਾਂ ਲੈ ਕੇ, ਜੇ ਪਰਮਾਤਮਾ ਤੁਹਾਡੀ ਬੰਦਗੀ ਦੇ ਵਿੱਚ ਲੱਗ ਕੇ ਵੀ ਮੈਨੂੰ ਦੁਨੀਆ ਦੇ ਦਰਾਂ ਤੇ ਠੋਕਰਾਂ ਖਾਣੀਆਂ ਪੈ ਗਈਆਂ, ਫਿਰ ਏਡਾ ਵੱਡਾ ਪਿਤਾ ਬਣਾਉਣ ਦਾ ਫਾਇਦਾ ਕੀ ਹੋਇਆ? ਜਾ ਕਾ ਮਹਿਲ ਅਜੂਰ ਦੂਜੇ ਨਿਵੈ ਕਿਸ। ਕਹਿੰਦੇ ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਘਰਾਂ ਦੇ ਅੰਦਰ, ਜਿਸ ਦੇ ਘਰ ਦੇ ਅੰਦਰ ਮੰਨ ਲਓ ਜਿਸ ਘਰ 'ਚ ਰਾਜਾ ਰਹਿੰਦਾ ਹੋਏ, ਉਸ ਮਨੁੱਖ ਨੂੰ ਲੋੜ ਹੈ ਕਿਸੇ ਕੋਲ ਮੰਗਣ ਦੀ? ਕਹਿੰਦੇ ਨਹੀਂ। ਕਹਿੰਦੇ ਜਿਨ੍ਹਾਂ ਕੋਲ ਰੱਬ ਵਸਦਾ ਹੈ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਰੱਬ ਵਸਦਾ ਹੈ, ਉਹ ਕਿਸੇ ਅੱਗੇ ਨਿਵਦੇ ਨਹੀਂ ਹਨ। ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤਿਸ। ਦਰ ਦਰ ਵਾਣੀ ਨਾ ਹੀ ਮੂਲੇ ਪੁੱਛ ਤਿਸ। ਜਿਹੜੇ ਧਰਮਰਾਜ ਦੇ ਦੂਤ ਨੇ ਨਾ, ਉਹ ਵੀ ਉਹਨਾਂ ਦੀ ਪੁੱਛ-ਗਿੱਛ ਨਹੀਂ ਕਰਦੇ। ਉਹ ਤੇ ਆਓ ਬੈਠ ਆਦਰ ਸਭ ਦਿਓ। ਇੱਥੋਂ ਚੱਲਣਗੇ ਜਿੱਦਣ ਦੁਨੀਆ ਤੋਂ। ਇਹ ਅਤਕਥਨੀ ਨਹੀਂ ਹੈ। ਜਿੱਦਣ ਮਨੁੱਖ ਨੇ ਜਾਣਾ, ਆਉਣ ਤੇ ਜੰਮ ਦੂਤਾਂ ਹੀ ਲੈਣ ਆਉਣਾ। ਆ ਜਿੰਨੇ ਬੰਦਗੀ ਕੀਤੀ ਆ ਉਹਦਾ ਤੇ ਭਾਵੇਂ ਭਲਾ ਹੋਏ, ਕੋਈ ਲੈਣ ਵਾਲੇ ਚੰਗੇ ਨਹੀਂ। ਤੇ ਬਾਣੀ ਤੇ ਕਹਿੰਦੀ ਹੈ ਡਾਂਗ ਤੇ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਪੈਣੀ, ਅੱਗੇ ਤੇ ਪੈਣੀ ਪੈਣੀ।
ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੇ। ਇੱਥੋਂ ਹੀ ਵੱਜਦੀ ਹੈ। ਜਦੋਂ ਹੀ ਜੀਵ ਆਤਮਾ ਨਿਕਲੀਆਂ, ਉਹ ਨਿਕਲਣੀ ਉਦੋਂ ਹੈ ਜਦੋਂ ਡਾਂਗ ਵੱਜਣੀ ਹੈ। ਉਹਨਾਂ ਨਾਲ ਹੀ ਕਹਿਣਾ, ਸੱਜਣਾ ਕਿੱਥੇ ਬੈਠਾ ਹੈ, ਆ ਮੌਜ ਮਸਤੀਆਂ ਛੱਡ, ਚੱਲ ਚੱਲੀਏ। ਤੇ ਬਾਣੀ ਤੇ ਕਹਿੰਦੀ ਹੈ ਜਿਹੜਾ ਐਸਾ ਮਨੁੱਖ ਹੈ ਉਹਨਾਂ ਨੂੰ ਵੀ ਲਾਲਚ ਦੇਣ ਦੀ ਕੋਸ਼ਿਸ਼ ਕਰਦਾ ਹੈ। ਕਿਛ ਵੀ ਕਾਜ ਤੁਮਾਰਾ ਸਾਰੋ, ਮੈਂ ਤੇ ਤੁਹਾਡਾ ਕਾਜ ਸਾਰ ਦੇਣਾ ਕੋਈ, ਜੇ ਤੁਹਾਨੂੰ ਕੁਛ ਚਾਹੀਦਾ। ਪਰ ਬਾਣੀ ਕਹਿੰਦੀ, ਮਹਾਰਾਜ ਕਹਿਣ ਲੱਗੇ ਜਿਹੜੇ ਮਨੁੱਖ ਰੱਬ ਦੀ ਬੰਦਗੀ 'ਚ ਲੱਗ ਜਾਂਦੇ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਫਿਰ ਜਮਦੂਤ ਵੀ ਕੁਛ ਨਹੀਂ ਕਹਿ ਸਕਦੇ। ਛੂਟੈ ਤਾਕੈ ਬੋਲ, ਸਾਹਿਬ ਨਦਰ ਜਿਸ। ਉਹਦੇ ਕਹਿੰਦੇ ਨੇ ਉਹਨਾਂ ਦੇ ਬੋਲਾਂ ਦੇ ਨਾਲ ਤੇ ਦੁਨੀਆ ਛੁੱਟ ਜਾਂਦੀ ਹੈ। ਛੂਟੈ ਤਾਕੈ ਬੋਲ, ਸਾਹਿਬ ਨਦਰ ਜਿਸ। ਜਿਨ੍ਹਾਂ ਤੇ ਰੱਬ ਦੀ ਨਜ਼ਰ ਹੁੰਦੀ ਹੈ ਉਹਨਾਂ ਦਾ ਤਾਂ ਇੱਕ ਬੋਲ ਕਿਆ ਦੁਨੀਆ ਨੂੰ ਛਡਾ ਲੈਂਦਾ। ਜਿਵੇਂ ਰਾਜਾ ਜਨਕ ਨਰਕਾਂ ਦੇ ਉੱਤੋਂ ਬੈਵਾਨ ਲੰਘ ਰਿਹਾ ਸੀ, ਚੀਕਾਂ ਪੈ ਰਹੀਆਂ ਸੀ ਨਰਕਾਂ ਵਿੱਚ। ਰਾਜਾ ਜਨਕ ਕਹਿੰਦਾ ਕੀ ਹੈ ਥੱਲੇ? ਕਹਿੰਦੇ ਨਰਕ ਹੈ ਮਹਾਰਾਜ, ਤੁਸੀਂ ਨਾ ਇੱਧਰ ਵੇਖੋ। ਕਹਿੰਦੇ ਜੇ ਨਰਕ ਹੈ ਨਾ ਇਹਨੂੰ ਛੱਡਣਾ ਹੈ ਸਾਰਿਆਂ ਨੂੰ। ਕਹਿੰਦੇ ਮਹਾਰਾਜ ਇੱਥੇ ਤਾਂ ਨਾਮ ਦਾ ਵਪਾਰ ਹੋਣਾ ਹੈ, ਇੱਕ ਸਾਈਡ 'ਚ ਨਾਮ ਧਰੋ ਤਾਂ ਛੁੱਟਣਗੇ। ਕਹਿੰਦੇ ਐਵੇਂ ਕਰੋ ਫਿਰ ਮੇਰੀ ਬੰਦਗੀ 'ਚੋਂ ਲੋਕ ਛੱਡੋ ਇਹਨਾਂ ਨੂੰ। ਇੱਕ ਘੜੀ ਦਾ ਸਿਮਰਨ ਦਿੱਤਾ ਰਾਜੇ ਜਨਕ ਨੇ। ਉਹਦੇ ਬੋਲ ਦੇ ਨਾਲ, ਉਹਨਾਂ ਦੇ ਬੋਲਾਂ ਦੇ ਨਾਲ ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ। ਆਪ ਤੇ ਉਜਲੇ ਹੋਏ, ਕੀਤੀ ਛੁੱਟੀ ਨਾ ਮੰਨੈ ਪਰਿਵਾਰੈ ਸਾਧਾਰ। ਪਰਿਵਾਰ ਦਾ ਵੀ ਸੁਧਾਰ ਹੋ ਗਿਆ, ਜਿੰਨਾ ਸਮਾਜ ਸੀ ਸਾਰਿਆਂ ਦਾ ਸੁਧਾਰ। ਰਾਜਾ ਜਨਕ ਕਹਿੰਦਾ ਛੱਡ ਦਿਓ ਉਹਨਾਂ ਨੂੰ। ਹੁਣ ਜਿਹੜੇ ਜਮਦੂਤ ਸੀ ਉਹ ਕਹਿਣ ਲੱਗੇ ਅਸੀਂ ਤੇ ਵਿਹਲੇ ਹੋ ਗਏ, ਨਰਕ ਤੇ ਖਾਲੀ ਹੋ ਗਏ ਨੇ। ਕਹਿੰਦੇ ਰਾਜਾ ਜਨਕ ਕਹਿੰਦਾ ਹੋਰ ਬਣਾਓ, ਕਲਯੁਗ ਆ ਰਿਹਾ ਹੈਗਾ। ਕਹਿੰਦੇ ਇੱਥੇ ਤੇ ਉਹਨਾਂ ਮਨੁੱਖਾਂ ਤੇ ਕੀ ਛੁੱਟਣਾ ਹੈ ਜਿਹੜੇ ਕਥਾ ਕਰਨਗੇ, ਜਿਹੜੇ ਕਹਿੰਦੇ ਜਿਹੜੇ ਗੁਰਬਾਣੀ ਪੜ੍ਹਦੇ ਨੇ, ਜਿਹੜੇ ਅਰਥ ਵੀ ਜਾਣਦੇ ਨੇ, ਉਹਨਾਂ ਫਸਣਾ ਹੈ ਕਲਯੁਗ ਤੇ। ਮੂੜਾਂ ਦੀ ਤੇ ਗੱਲ ਹੀ ਦੂਰ ਹੈ, ਮੂਰਖਾਂ ਦੀ ਤੇ ਗੱਲ ਹੀ ਦੂਰ ਹੈ। ਜਿਹੜੇ ਸਾਰਾ ਕੁਝ ਜਾਣਦੇ ਨੇ ਉਹ ਫਸਣਗੇ। ਨੇ ਹੋਰ ਬਣਾਓ, ਬਣਾਈ ਚੱਲੋ। ਇਹ ਤਾਂ ਸਮਾਂ ਹੀ ਐਸਾ ਆ ਰਿਹਾ ਹੈ, ਇੱਥੇ ਤੇ ਕਮੀ ਨਹੀਂ ਰਹਿਣੀ। ਤੁਸੀਂ ਹੀ ਨਹੀਂ ਵਿਹਲੇ ਰਹਿਣਾ, ਨਰਕ ਤੇ ਹੋਰ ਬਣਾਉਣੇ ਪੈਣਗੇ। ਘਲੇ ਆਣੇ ਆਪ ਜਿਸ, ਨਾਹੀ ਦੂਜਾ ਮਤੈ ਕੋਈ। ਇਹ ਪ੍ਰਭ ਖੁਦ ਹੀ ਪ੍ਰਾਣੀਆਂ ਨੂੰ ਭੇਜਦਾ ਹੈ। ਰੱਬ ਆਪ ਹੀ ਭੇਜਦਾ ਹੈ, ਆਪ ਹੀ ਬੁਲਾਉਂਦਾ ਹੈ, ਸਲਾਹ ਕਿਸੇ ਤੋਂ ਨਹੀਂ ਲੈਂਦਾ। ਪਰਮਾਤਮਾ ਦਾ ਕੋਈ ਇਹ ਨਹੀਂ ਹੈ ਕੋਈ ਸਲਾਹਕਾਰ ਹੈ, ਨਹੀਂ। ਬ੍ਰਹਮ ਗਿਆਨੀ ਦੀ ਨਿਸ਼ਾਨੀ ਹੋਈ ਇਹ ਹੈ, ਉਹਨੂੰ ਕਿਸੇ ਤੋਂ ਸਲਾਹ ਨਹੀਂ ਲੈਣੀ ਪੈਂਦੀ। ਜਿਹੜਾ ਹਜੇ ਤਾਈਂ ਬ੍ਰਹਮ ਗਿਆਨੀ ਨਹੀਂ ਉਹਨੂੰ ਦੁਨੀਆ ਤੋਂ ਲੈਣੀ ਪੈਂਦੀ ਹੈ, ਕਿਉਂਕਿ ਜਿਹਦੇ ਅੰਦਰ ਬ੍ਰਹਮ ਗਿਆਨ ਆ ਗਿਆ ਉਹਨੂੰ ਤੇ ਵੈਸੇ ਹੀ ਸਾਰੀ ਸ੍ਰਿਸ਼ਟੀ ਦਾ ਪਤਾ ਲੱਗ ਗਿਆ। ਇਸ ਕਰਕੇ ਕਹਿੰਦੇ ਪਰਮਾਤਮਾ ਕਿਸੇ ਤੋਂ ਸਲਾਹ ਨਹੀਂ ਲੈਂਦਾ, ਉਹ ਆਪ ਹੀ ਜੀਵਾਂ ਨੂੰ ਭੇਜਦਾ ਹੈ, ਆਪ ਹੀ ਸੱਦ ਲੈਂਦਾ ਹੈ। ਢਾਹੇ ਉਸਾਰੇ ਸਾਜ, ਜਾਣੈ ਸਭ ਸੋਏ। ਉਹ ਮੁੜ ਮੁੜ ਕੇ ਢਾਈ ਜਾਂਦਾ, ਬਣਾਈ ਜਾਂਦਾ, ਜਾਣਦਾ ਸਾਰਾ ਕੁਝ ਹੀ ਹੈ। ਨਾਉ ਨਾਨਕ ਬਖਸ਼ੀਸ, ਨਦਰੀ ਕਰਮ ਹੋਏ। ਜਿਨ੍ਹਾਂ ਤੇ ਨਜ਼ਰ ਹੁੰਦੀ ਹੈ, ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ, ਪ੍ਰਮਾਤਮਾ ਉਹਨਾਂ ਨੂੰ ਨਾਮ ਬਖਸ਼ ਦਿੰਦਾ ਹੈ। ਚੌਪਈ ਦੇਸ਼ਨ ਸੁਨ ਕੈ ਬੰਧਨ ਕੀਨੀ, ਭਾਉ ਵਿਕੈ ਮਤ ਸਭ ਕੀ ਪੀਨੀ। ਇਹ ਜਦੋਂ ਭਾਈ ਲਹਿਣਾ ਜੀ ਨੇ ਸ਼ਬਦ ਗਾਇਆ ਨਾ ਗੁਰੂ ਨਾਨਕ ਸਾਹਿਬ ਜੀ ਦਾ, ਸਾਰਿਆਂ ਦੇ ਸਾਹਮਣੇ, ਸਾਰਿਆਂ ਦੇ ਅੰਦਰ ਪ੍ਰੇਮ ਲੱਗ ਗਿਆ ਗੁਰੂ ਦਾ। ਕਹਿੰਦੇ ਗੁਰੂ ਨਾਨਕ ਸਾਹਿਬ ਏਡੀ ਵੱਡੀ ਗੱਲ ਕਰਦੇ ਨੇ, ਸਾਰਿਆਂ ਦੀ ਜਿਹੜੀ ਮੱਤ ਹੈ ਪ੍ਰੇਮ ਦੇ ਵਿੱਚ ਭਿੱਜ ਗਈ ਹੈ। ਇਸ ਪ੍ਰਕਾਰ ਮਿਲ ਕੀਨੋ ਗਵਨੰ, ਲੈਣਾ ਰਹਿਓ ਕੇਤਕ ਦਿਨ ਭਵਨੰ। ਐਵੇਂ ਉਹਨਾਂ ਦੇ ਘਰ ਜਿੰਨੇ ਵੀ ਮਿਲਣ ਆਏ ਸੀ ਭਾਈ ਲਹਿਣਾ ਜੀ ਨੂੰ, ਵੀ ਬੜੇ ਦਿਨਾਂ ਬਾਅਦ ਘਰ ਆਏ ਨੇ, ਉਹ ਤੇ ਸਾਰੇ ਚਲੇ ਗਏ, ਪਰ ਭਾਈ ਲਹਿਣਾ ਜੀ ਕਈ ਦਿਨਾਂ ਤੋਂ ਹਜੇ ਘਰ ਹੀ ਰਹੇ ਹਨ। ਕਬ ਇੱਕ ਛਿਨ ਚਿਤ ਪਰਜਤ ਨਾਹੀ, ਕਬ ਆਮਨ ਕਬ ਬਾਹਰ ਜਾਹੀ। ਇੰਨਾ ਪ੍ਰੇਮ ਗੁਰੂ ਨਾਨਕ ਸਾਹਿਬ ਨਾਲ ਲੱਗ ਗਿਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇੱਕ ਮਿੰਟ ਵੀ ਦਿਲ ਨਹੀਂ ਕਰ ਲੱਗਦਾ, ਕਦੀ ਬਾਹਰ ਜਾਂਦੇ ਨੇ ਕਦੀ ਅੰਦਰ ਜਾਂਦੇ ਨੇ, ਕਿਉਂਕਿ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਦਿਲ ਨਹੀਂ ਲੱਗ ਰਿਹਾ ਵੀ ਮੈਂ ਇੱਥੇ ਬਵਾਂ। ਕਦੀ ਬਾਹਰ ਨੂੰ ਚਲੇ ਜਾਂਦੇ ਨੇ ਕਦੀ ਅੰਦਰ। ਸਰੀਰ ਕਰਕੇ ਘਰ ਨੇ ਪਰ ਮਨ ਗੁਰੂ ਦੇ ਚਰਨਾਂ ਵਿੱਚ ਲੱਗਿਆ ਹੋਇਆ ਹੈ।
ਗੁਰ ਪਦ ਪੰਕਜ ਟਿਕ ਮਨ ਛੋਰਾ ਤਨ ਆਇਓ ਨਿਕੇਤ ਕੀ ਹੋਰਾ। ਉਹਨਾਂ ਦਾ ਜਿਹੜਾ ਮਨ ਸੀ ਉਹ ਤੇ ਉਹਨਾਂ ਨੇ ਗੁਰੂ ਨਾਨਕ ਦੇ ਚਰਨਾਂ ਵਿੱਚ ਹੀ ਛੱਡ ਕੇ ਆ ਗਏ ਸੀ। ਘਰ ਤੇ ਸਿਰਫ ਭਾਈ ਲਹਿਣਾ ਜੀ ਦਾ ਸਰੀਰ ਹੀ ਆਇਆ ਹੈ। ਕੈਸੇ ਹੋਏ ਚੈਨ ਮਨ ਮਾਹੀ ਚੰਦ ਚਕੋਰ ਚੀਤ ਚਿਤ ਚਾਹੀ। ਕਹਿੰਦੇ ਮਨ ਵਿੱਚ ਚੈਨ ਹੋਏ ਵੀ ਕਿਵੇਂ, ਜਿਵੇਂ ਜਿਹੜੀ ਚਕੋਰ ਹੈ ਚੰਨ ਨੂੰ ਵੇਖੇ ਬਿਨਾਂ ਨਹੀਂ ਰਹਿੰਦੀ। ਚਕੋਰ ਸਾਹ ਉੱਤੇ ਵੇਖੀ ਜਾਏਗੀ, ਜਦੋਂ ਤੇ ਚੰਦ ਨਹੀਂ ਨਾ ਨਿਕਲਦਾ ਚਕੋਰ ਨਹੀਂ ਛੱਡਦੀ ਖੇੜਾ। ਇਸੇ ਤਰੀਕੇ ਨਾਲ ਮਨੁੱਖ ਕੀ ਕਰਦਾ ਹੈ, ਭਾਈ ਲਹਿਣਾ ਜੀ ਤੇ ਮਨ ਗੁਰੂ ਦੇ ਚਰਨਾਂ 'ਚ ਆ ਧਾਰ ਆਏ ਨੇ ਤੇ ਸਰੀਰ ਘਰ ਆ ਗਏ। ਪਰ ਮਨੁੱਖ ਆਉਂਦਾ ਗੁਰਦੁਆਰੇ ਹੈ, ਸਰੀਰ ਗੁਰਦੁਆਰੇ ਆ ਜਾਂਦਾ, ਮਨ ਕਰਤਾ ਰਹਿੰਦਾ। ਇਹ ਉਲਟਾ ਹੋ ਜਾਂਦਾ ਕੰਮ। ਸਰੀਰ ਗੁਰਦੁਆਰੇ ਹੁੰਦਾ ਹੈ, ਮਨ ਘਰ ਹੁੰਦਾ ਹੈ। ਪਰ ਅਸਲ 'ਚ ਹੋਣਾ ਦੂਜਾ ਚਾਹੀਦਾ ਸੀ। ਮਨ ਗੁਰੂ ਦੇ ਚਰਨਾਂ ਵਿੱਚ ਰਹੇ, ਭਾਵੇਂ ਸਰੀਰ ਘਰ ਵੀ ਤੁਰਿਆ ਫਿਰੇ। ਇੱਥੇ ਦੇ ਆਏ ਆ, ਪਰ ਇਹ ਹੀ ਤੇ ਮਨੁੱਖ ਦੀ ਵਿਡੰਬਨਾ ਹੈ। ਇਸੇ ਜਾਲ 'ਚ ਤੇ ਫਸ ਗਏ। ਮਨੁੱਖ ਨੂੰ ਇਸੇ ਚੀਜ਼ ਨੇ ਤੇ ਘੇਰ ਲਿਆ ਵੀ ਸ਼ਾਇਦ ਮੇਰੇ ਵੀ ਨਾ ਕੰਮ ਨਹੀਂ ਚੱਲਣਾ। ਕਦੀ ਜ਼ਿੰਦਗੀ ਦੇ ਵਿੱਚ ਸੋਚ ਕੇ ਵੇਖਿਓ, ਰਾਤ ਨੂੰ ਕਦੇ ਲੰਮੇ ਪਈਏ, ਅੱਖਾਂ ਬੰਦ ਕਰਕੇ ਸੋਚੀਏ ਵੀ ਮੈਂ ਦੁਨੀਆ ਤੇ ਨਹੀਂ ਹਾਂ। ਜੇ ਮੈਂ ਦੁਨੀਆ ਤੇ ਨਹੀਂ ਹੋਵਾਂਗਾ ਕਿਵੇਂ ਚੱਲੇਗੀ ਦੁਨੀਆ, ਇਹ ਵੇਖਿਓ ਕਦੀ ਸੋਚ ਕੇ। ਵੈਸੇ ਸੋਚਣਾ ਹੈ ਤੇ ਮੁਸ਼ਕਲ ਹੈ, ਕਦੀ ਸੋਚ ਕੇ ਤੱਕਿਓ ਵੀ ਮੈਂ ਨਾ ਹੋਵਾਂ ਕਿ ਦੁਨੀਆ ਚੱਲ ਜਾਏਗੀ। ਚੱਲਣੀ ਹੈ, ਪਰਿਵਾਰ ਚੱਲ ਜਾਏਗਾ, ਚੱਲਣਾ ਹੈ ਸਭ ਕੁਝ। ਇਹ ਭੁਲੇਖਾ ਹੀ ਹੈ ਮਨੁੱਖ ਦਾ। ਮਨੁੱਖ ਸਿਰਫ ਅੱਖਾਂ ਬੰਦ ਕਰਕੇ ਰਾਤ ਨੂੰ ਸੋ ਕੇ ਵੇਖੇ ਇੱਕ ਵਾਰੀ, ਐਵੇਂ ਸੋਚੇ ਵੀ ਮੈਂ ਦੁਨੀਆ ਤੇ ਨਹੀਂ ਹਾਂ। ਦੁਨੀਆ ਚੱਲ ਰਹੀ ਹੈ, ਦੁਨੀਆ ਐਵੇਂ ਚੱਲਣੀ ਹੈ। ਆਪਣੇ ਪਾਰਟ ਨੂੰ ਬਾਹਰ ਕੱਢ ਲਓ, ਬਸ ਆਪਣੇ ਆਪ ਨੂੰ ਬਾਹਰ ਕੱਢ ਲਓ। ਫਿਰ ਵੇਖੋ ਬੱਚੇ ਕਿਵੇਂ ਪੜ੍ਹਨਗੇ, ਪੜ੍ਹੀ ਜਾਣਗੇ। ਜਿਨ੍ਹਾਂ ਮਨੁੱਖਾਂ ਦੇ ਮਾਂ-ਬਾਪ ਜਵਾਨੀ ਚਲੇ ਜਾਂਦੇ ਨੇ ਕਿ ਉਹ ਨਹੀਂ ਪੜ੍ਹਦੇ, ਸਭ ਕੁਝ ਹੁੰਦਾ ਉਹਨਾਂ ਦਾ। ਇਹ ਸਭ ਕੁਝ ਹੋਣਾ ਹੈ ਦੁਨੀਆ ਤੇ। ਅਸੀਂ ਨਹੀਂ ਹੋਵਾਂਗੇ ਤਾਂ ਵੀ, ਜਦੋਂ ਅਸੀਂ ਨਹੀਂ ਸੀ, ਜਿਹੜੇ ਅੱਜ 50 ਸਾਲਾਂ ਦੇ ਹੋ ਗਏ ਨੇ, ਉਸ ਤੋਂ ਪਹਿਲਾਂ ਵੀ ਤਾਂ ਦੁਨੀਆ ਹੈ ਸੀ। ਜਿਹੜੇ ਆਪਾਂ ਕਹਿੰਦੇ ਮੈਂ ਮਾਂ-ਬਾਪ ਦੀ ਸੇਵਾ ਕਰਾਂਗਾ ਬਜ਼ੁਰਗ ਹੋ ਕੇ, ਜਦੋਂ ਮੈਂ ਨਹੀਂ ਆਇਆ ਸੀ ਮਾਂ-ਬਾਪ ਤੇ ਉਦੋਂ ਵੀ ਪਲਦੇ ਸੀ। ਅਸੀਂ ਪਾਲਣ ਵਾਲੇ ਨਹੀਂ। ਇਹ ਭੁਲੇਖਾ ਹੈ ਬਸ। ਇਸ ਕਰਕੇ ਜਦੋਂ ਸੰਗਤ 'ਚ ਆਈਏ ਭੁਲੇਖਾ ਕੱਢ ਕੇ ਆਈਏ। ਮੈਂ ਗੁਰਦੁਆਰੇ ਚੱਲਿਆ, ਗੁਰੂ ਕਿਰਪਾ ਕਰੇਗਾ। ਕਰਮ ਤੇ ਸਾਰੇ ਗੁਰੂ ਹੀ ਕਰਾਉਂਦਾ ਹੈ। ਲੋਚਨ ਕਮਲ ਰਹਿ ਅਲਸਾਏ ਬਿਨ ਆਪਣੋ ਪ੍ਰੀਤਮ ਰਵ ਪਾਏ। ਜਿਹੜੀਆਂ ਅੱਖਾਂ ਨੇ ਅਲਸਾਈਆਂ ਰਹਿੰਦੀਆਂ ਨੇ ਭਾਈ ਲਹਿਣਾ ਜੀ ਦੀਆਂ ਸਾਰਾ ਦਿਨ। ਕਿਉਂ? ਕਿਉਂਕਿ ਨਜ਼ਰ ਨਹੀਂ ਆ ਰਿਹਾ ਗੁਰੂ। ਗੁਰੂ ਦੀ ਹਜ਼ੂਰੀ ਤੋਂ ਦੂਰ ਹਨ। ਕੇ ਸੋ ਕਹੈ ਨਾ ਰਹਿ ਉਦਾਸਾ ਕਰਤਨ ਸੁਧ ਉਰ ਕਾਜ ਵਾਸਾ। ਕਿਸੇ ਨੂੰ ਕਹਿੰਦੇ ਵੀ ਨਹੀਂ ਵੀ ਕੀ ਗੱਲ ਹੈ, ਉਦਾਸ ਜੇ ਰਹਿੰਦੇ ਨੇ ਸਾਰਾ ਦਿਨ ਬੇਬਲਤਾ ਲੱਗੀ ਰਹਿੰਦੀ ਹੈ ਵੀ ਗੁਰੂ ਪਤਾ ਨਹੀਂ ਗੁਰੂ ਕੀ ਕਰਦਾ ਹੋਏਗਾ। ਇਸ ਸਮੇਂ ਮੈਂ ਇਹ ਕਰਦਾ ਹੁੰਦਾ ਸੀ ਸੇਵਾ, ਐਵੇਂ ਕਹਿੰਦੇ। ਇਸ ਕਰਕੇ ਜਿਵੇਂ ਕੋਈ ਮਨੁੱਖ ਕਿਤੇ ਸੇਵਾ ਕਰਦਾ ਹੋਏ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਰੋਜ਼ ਆ ਕੇ ਸੇਵਾ ਕਰਦਾ, ਬੜਾ ਪਿਆਰ ਲੱਗਦਾ ਹੈ, ਰੋਜ਼ ਸੇਵਾ ਕਰਦੇ। ਜੇ ਕਿਤੇ ਉਹ ਬਾਹਰ ਚਲਾ ਜਾਏ, ਉਹ ਸੋਚੇਗਾ ਜੇ ਪਿਆਰ ਹੋਏਗਾ ਵੀ ਅੱਜ ਪਤਾ ਨਹੀਂ ਉੱਥੇ ਕੀ ਹੁੰਦਾ ਹੋਵੇਗਾ। ਉਹਦਾ ਮਨ ਫਟਾਫਟ ਕਰਦਾ, ਮਨਾ ਚੱਲ ਘਰ ਚਲੀਏ, ਜਾ ਕੇ ਗੁਰੂ ਸਾਹਿਬ ਜੀ ਨੂੰ ਮਿਲਦੇ ਹਾਂ। ਰਹੇ ਅਲਪ ਦਿਨ ਬੀਚ ਖਡੂਰੇ ਪੁਨ ਚਹਿ ਚਲਿਓ ਨਿਕਟ ਗੁਰ ਪੂਰੇ। ਥੋੜੇ ਹੀ ਦਿਨ ਵਿੱਚ ਫਿਰ ਘਰ ਰਹੇ। ਗੁਰੂ ਅੰਗਦ ਦੇਵ ਜੀ ਮਹਾਰਾਜ ਫਿਰ ਖਡੂਰ ਸਾਹਿਬ ਦੇ ਰਸਤੇ ਤੁਰ ਪਏ ਹਨ। ਸਭ ਹਿਰ ਸੋ ਮਿਲ ਕਰ ਹਿਤ ਸੰਗਾ ਗਮਨਿਓ ਪੰਥ ਰਿਦੇ ਸੋ ਮੰਗਾ। ਸਾਰਿਆਂ ਨੂੰ ਮਿਲ ਕੇ, ਸਾਰਿਆਂ ਨੂੰ ਨਮਸਕਾਰ ਕਰਕੇ ਭਾਈ ਲਹਿਣਾ ਜੀ ਭਾਵ ਗੁਰੂ ਅੰਗਦ ਦੇਵ ਜੀ ਮਹਾਰਾਜ ਕਰਤਾਰਪੁਰ ਦੇ ਰਾਹ ਪੈ ਗਏ ਹਨ। ਨਰ ਕਹਿ ਰਹੇ ਰਹੋ ਕੁਛ ਹੋਰੀ ਬਹੁ ਦਿਨ ਮੈਂ ਆਇਓ ਨਿਜ ਠਾਉਰੀ। ਸਾਰੇ ਪਿੰਡ ਦੇ ਇਕੱਠੇ ਹੋਏ, ਕਹਿੰਦੇ ਨੇ ਰਹਿ ਜਾਓ ਥੋੜੇ ਦਿਨ ਹੋਰ, ਬੜੇ ਦਿਨਾਂ ਬਾਅਦ ਤੇ ਆਏ ਹੋ, ਬੜੀ ਛੇਤੀ ਚੱਲੇ ਹੋ, ਥੋੜੇ ਦਿਨ ਹੋਰ ਤੁਸੀਂ ਸਾਡੇ ਕੋਲ ਰਹੋ। ਯਥਾ ਯੋਗ ਸਭ ਸੋ ਕਹਿਨੀ ਕੇ ਪਹੁੰਚਿਓ ਪੁਰ ਕਰ ਤਾਰਨ ਜੀ ਕੇ। ਸਾਰਿਆਂ ਨੂੰ ਯਥਾ ਯੋਗ ਨਮਸਕਾਰ ਕਰਕੇ ਕਹਿੰਦੇ ਭਾਈ ਮੈਂ ਜਾਣਾ ਹੈ, ਮੈਂ ਗੁਰੂ ਨੂੰ ਮਿਲਣਾ ਹੈ। ਕਿਤੇ ਜਾ ਕੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹਨ। ਜਾਏ ਦਰਸ਼ ਦੇਖਿਓ ਸੁਖਦਾਈ
ਮਨ ਬਿਨ ਫਨੀ ਮਨੋ ਮਨ ਭਾਈ। ਕਹਿੰਦੇ ਜਾ ਕੇ ਜਦੋਂ ਨਾ ਗੁਰੂ ਜੀ ਦੇ ਦਰਸ਼ਨ ਕੀਤੇ, ਇਵੇਂ ਸਮਝੋ ਜਿਵੇਂ ਸੱਪ ਨੂੰ ਆਪਣੀ ਗਵਾਚੀ ਹੋਈ ਮਣੀ ਲੱਗ ਪਈ ਹੋਈ। ਮਣੀ ਦੇ ਵਿੱਚ ਹੀ ਸਾਰੀ ਸ਼ਕਤੀ ਹੁੰਦੀ ਹੈ, ਤੇ ਸੱਪ ਬਿਨਾਂ ਮਣੀ ਤੋਂ ਕਿਸੇ ਕੰਮ ਦਾ ਨਹੀਂ। ਇਵੇਂ ਸਮਝੋ ਜਿਵੇਂ ਗੁਰੂ ਅੰਗਦ ਸਾਹਿਬ ਜੀ ਨੂੰ ਆਪਣਾ ਸਾਰਾ ਖਜ਼ਾਨਾ ਲੱਭ ਗਿਆ ਹੋਵੇ। ਐਵੇਂ ਸਮਝੋ ਵੀ ਕਿਸੇ ਦੇ ਪੈਸੇ ਗੁੰਮ ਹੋਏ ਹੋਣ ਤੇ ਉਹ ਪੈਸੇ ਲੱਭ ਜਾਣ। ਇੰਨੀ ਖੁਸ਼ੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਨੂੰ ਹੋ ਰਹੀ ਹੈ। ਸ਼ਰਨ ਸ਼ਰਨ ਕੈ ਚਰਨ ਗਹਾਨੇ, ਨਮੋ ਕੀਨ ਪਰ ਦੰਡ ਸਮਾਨੇ। ਕਹਿੰਦੇ ਸ਼ਰਨ ਹੈ ਮਹਾਰਾਜ, ਤੁਹਾਡੀ ਸ਼ਰਨ ਵਿੱਚ ਆ ਗਿਆ। ਨਾਲ ਦੀ ਨਾਲ ਡੰਡੋਤ ਬੰਦਨਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਪੁਰਖਾ ਭਲਾ ਕਰੇ ਕਰਤਾਰਾ, ਅਸ ਕੈ ਡਿਗ ਬਿਠਾਏ ਸਤਕਾਰਾ। ਮਹਾਰਾਜ ਕਹਿੰਦੇ ਪੁਰਖਾ ਪਰਮਾਤਮਾ ਤੇਰਾ ਭਲਾ ਕਰੇ। ਗੁਰੂ ਨਾਨਕ ਸਾਹਿਬ ਜਦੋਂ ਵੀ ਕਿਸੇ ਨੂੰ ਅਸੀਸ ਦਿੰਦੇ ਸੀ ਐਵੇਂ ਕਹਿੰਦੇ ਪੁਰਖਾ ਕਰਤਾਰ ਤੇਰਾ ਭਲਾ ਕਰੇ। ਮਹਾਰਾਜ ਹੱਥ ਰੱਖਦੇ ਨੇ, ਸਿਰ ਤੇ ਹੱਥ ਰੱਖ ਕੇ ਕਹਿੰਦੇ ਪੁਰਖਾ ਕਰਤਾਰ ਤੇਰਾ ਭਲਾ ਕਰੇ। ਲਹਿਣੇ ਤੂਰਨ ਹੀ ਚਲ ਆਇਓ, ਰਹਿਣ ਨਿਕੇਤ ਨਾ ਕਿਉ ਮਨ ਭਾਇਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਲਹਿਣਾ ਜੀ ਘਰ ਕਿਉਂ ਨਹੀਂ ਰਹੇ, ਬੜੀ ਛੇਤੀ ਹੀ ਘਰੋਂ ਆ ਗਏ ਹੋ। ਤੁਮ ਸਭ ਜਾਣੋ ਸ੍ਰੀ ਜਗਨਾਥਾ, ਆਵਨ ਰਹਿਣ ਨਹੀਂ ਮੁਝ ਹਾਥਾ। ਭਾਈ ਲਹਿਣਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ, ਤੁਸੀਂ ਭਾਈ ਲਹਿਣਾ ਜੀ ਕਹਿੰਦੇ ਨੇ ਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹੇ ਜਗਤ ਦੇ ਨਾਥ ਸਤਿਗੁਰੂ, ਤੁਸੀਂ ਸਾਰਾ ਕੁਝ ਜਾਣਦੇ ਹੋ, ਅੰਤਰਜਾਮੀ ਸਭ ਕੁਝ ਜਾਣੈ, ਤਾਂ ਕਿਸ ਪਹਿ ਆਖ ਸੁਣਾਈਐ। ਮੇਰੇ ਸੱਚੇ ਪਾਤਸ਼ਾਹ ਤੁਸੀਂ ਸਾਰਾ ਕੁਝ ਜਾਣਦੇ ਹੋ, ਰਹਿਣਾ ਤੇ ਆਉਣਾ ਮੇਰੇ ਹੱਥ ਵਿੱਚ ਨਹੀਂ। ਮੈਂ ਨਹੀਂ ਕਿਤੋਂ ਚੱਲ ਸਕਦਾ, ਇਹ ਤਾਂ ਤੁਹਾਡੀ ਕਿਰਪਾ ਨਾਲ ਹੀ ਮੈਂ ਗਿਆ ਸੀ, ਤੁਹਾਡੀ ਕਿਰਪਾ ਨਾਲ ਹੀ ਆ ਗਿਆ ਹਾਂ। ਜਿਉ ਪਤੰਗ ਹੈ ਡੋਰ ਅਧੀਨਾ, ਚਹੈ ਖਿਡਾਰ ਕਰਖ ਤਬ ਲੀਨਾ। ਕਿੱਡਾ ਸੋਹਣਾ ਉਦਾਹਰਣ ਦਿੰਦੇ ਨੇ ਸੱਚੇ ਪਾਤਸ਼ਾਹ। ਜਿਹੜਾ ਪਤੰਗ ਉੱਡਦਾ ਹੁੰਦਾ ਨਾ, ਪਤੰਗ ਦੀ ਡੋਰ ਖਿਡਾਰੀ ਦੇ ਹੱਥ 'ਚ ਹੁੰਦੀ ਹੈ। ਪ੍ਰਭ ਡੋਰੀ ਹਾਥ ਤੁਮਾਰੇ। ਇਹ ਸੱਚੇ ਪਾਤਸ਼ਾਹ ਮੈਂ ਗੁਰਦੁਆਰੇ, ਆਪਾਂ ਆਉਂਦੇ ਹਾਂ ਗੁਰਦੁਆਰੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿਣਾ ਚਾਹੀਦਾ ਮਹਾਰਾਜ ਤੁਸੀਂ ਸੱਦਦਾ ਤੇ ਮੈਂ ਆ ਜਾਂਦਾ, ਤੁਸੀਂ ਸੱਦਦੇ ਹੋ ਤੇ ਅਸੀਂ ਆਉਂਦੇ ਹਾਂ, ਜਿਸ ਦਿਨ ਨਹੀਂ ਸੱਦੋਗੇ ਨਹੀਂ ਆਵਾਂਗੇ। ਸੱਚੇ ਪਾਤਸ਼ਾਹ ਕਿਰਪਾ ਕਰਿਆ ਕਰੋ। ਆਪ ਜੀ ਨੂੰ ਮੈਂ ਕੱਲ ਬੇਨਤੀ ਕੀਤੀ ਸੀ, ਸੋਹਿਲਾ ਸਾਹਿਬ ਦੀ ਬਾਣੀ ਜੇ ਰਾਤ ਨੂੰ ਪੜ੍ਹ ਕੇ ਸੋਈਏ, ਕਹਿਣ ਦੀ ਲੋੜ ਨਹੀਂ ਮੈਂ 4 ਵਜੇ ਉੱਠਾਂ 5 ਵਜੇ, ਆਪਣੇ ਆਪ ਹੀ ਗੁਰੂ ਉਠਾ ਦਿੰਦਾ, ਅਰਦਾਸ ਕਰਕੇ ਸੋਈਏ। ਬਸ ਐਵੇਂ ਹੀ ਹੈ, ਗੁਰੂ ਅੱਗੇ ਜਦੋਂ ਅਰਦਾਸ ਕਰੀਏ ਗੁਰੂ ਸਾਰੇ ਕਾਰਜ ਆਪ ਹੀ ਸਵਾਰਦਾ ਪ੍ਰੇਮ ਨਾਲ। ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਮੈਂ ਤੇ ਪਤੰਗ ਆ, ਡੋਰ ਤੁਹਾਡੇ ਹੱਥ ਵਿੱਚ ਹੈ, ਜਿੱਧਰ ਨੂੰ ਡੋਰ ਖਿੱਚੋਗੇ ਪਤੰਗ ਤੇ ਉਧਰ ਹੀ ਚਲਾ ਜਾਣਾ ਹੈ। ਅਸ ਕੈ ਸੇਵ ਵਿਖੈ ਮਨ ਲਾਵਾ, ਏਕਤ ਦਰਸ਼ ਰਹਿਤ ਉਦਸਾਵਾ। ਐਵੇਂ ਕਹਿ ਕੇ ਉਹਨਾਂ ਨੇ ਜਿਹੜਾ ਮਨ ਹੈ ਗੁਰੂ ਜੀ ਦੇ ਦਰ ਤੇ ਸੇਵਾ 'ਚ ਲਾ ਲਿਆ। ਸਾਰਾ ਦਿਨ ਸੇਵਾ ਕਰਦੇ ਨੇ, ਸੇਵਾ ਕਰਦੇ ਗੁਰੂ ਸਾਹਿਬ ਦੇ ਮੁਖੜੇ ਨੂੰ ਤੱਕਦੇ ਰਹਿੰਦੇ ਨੇ ਤੇ ਬੜੇ ਖੁਸ਼ ਰਹਿੰਦੇ ਹਨ। ਦੋਹਰਾ ਸਮਦਮ ਨੇਮ ਵਿਰਾਗਿਆਮ, ਕਰੁਣਾ ਸਤ ਸੰਤੋਖ। ਇਹ ਨਾ ਇਹ ਗੁਣ ਨੇ, ਸਤ ਦਮ ਨੇਮ। ਦਮ ਕਹਿੰਦੇ ਇੰਦਰੀਆਂ ਨੂੰ ਦਮਨ ਕਰਨਾ। 9 ਗੁਣ ਦੱਸੇ ਗਏ ਨੇ ਪੂਰਨ ਅਵਸਥਾ ਤੇ ਪਹੁੰਚਣ ਲਈ, ਉਹ ਸਾਰੇ ਹੀ ਗੁਣ ਨੇ। ਸਮ ਦਮ ਨੇਮ ਵਿਰਾਗ ਯਮ, ਕਰੁਣਾ ਸਤ ਸੰਤੋਖ। ਇਹਨਾਂ ਨੂੰ ਸਹਿਜ ਯੋਗ ਵਿੱਚ ਵੀ ਲਿਆ ਜਾਂਦਾ ਹੈ ਤੇ ਕਸ਼ਟ ਯੋਗ ਵਿੱਚ, ਭਾਵ ਹਠ ਯੋਗ ਵਿੱਚ ਵੀ। ਹੁਣ ਇਹ ਅਲੱਗ-ਅਲੱਗ ਗੁਣ ਦਾ ਤੇ ਆਪਾਂ ਇੱਕ ਵਾਰੀ ਪਿੱਛੇ ਕਥਾ ਕੀਤੀ ਸੀ, ਉਹਦੇ ਵਿੱਚ ਇਹ ਸਾਰਿਆਂ ਦਾ ਕੱਲੇ-ਕੱਲੇ ਦਾ ਜ਼ਿਕਰ ਕੀਤਾ ਸੀ। ਹੁਣ ਇਹਨਾਂ ਬਾਰੇ ਭਾਈ ਸੰਤੋਖ ਸਿੰਘ ਜੀ ਕੀ ਕਹਿੰਦੇ ਹਨ? ਸਤਿਗੁਰ ਕੇ ਪ੍ਰਸਾਦ ਤੇ ਰਹਿ ਮਨ ਮਾਲੀ ਭੋਖ। ਕਹਿੰਦੇ ਗੁਰੂ ਤੋਂ ਕਿਰਪਾ ਲੈ ਕੇ ਆਪਣੇ ਬਗੀਚੇ ਵਿੱਚ, ਆਪਣੇ ਮਨ ਰੂਪੀ ਬਗੀਚੇ ਦੇ ਵਿੱਚ
ਸਤ ਸੰਤੋਖ ਦਇਆ ਧਰਮ ਦੇ ਬੂਟੇ ਲਾਈਏ। ਜਿਉਂ-ਜਿਉਂ ਇਹ ਬੂਟੇ ਵੱਡੇ ਹੋਣਗੇ, ਜਿਉਂ-ਜਿਉਂ ਇਹ ਵ੍ਰਿਕਸ਼ ਵੱਡੇ ਹੋਣਗੇ, ਇਹਨਾਂ ਦੀ ਛਾਇਆ ਗਹਿਰੀ ਹੋ ਜਾਏਗੀ। ਚੌਪਈ ਸ੍ਰੀ ਗੁਰ ਕਿਰਕੀ ਕਾਜ ਕਰਾਵਹਿ, ਅਨੇਕ ਸਿੱਖ ਮਿਲ ਕਾਰ ਕਮਾਵਹਿ। ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਕਰਦੇ ਕੀ ਨੇ, ਇਹ ਦੱਸਦੇ ਨੇ। ਹੁਣ ਕਰਤਾਰਪੁਰ ਮਹਾਰਾਜ ਖੇਤੀ ਕਰਦੇ ਨੇ, ਆਪ ਵੀ ਕਰਦੇ ਨੇ, ਹੋਰ ਵੀ ਬੜੇ ਆਉਂਦੇ ਨੇ ਸਿੱਖ। ਸਾਰਿਆਂ ਕੋਲ ਮੇਰੇ ਮਹਾਰਾਜ ਖੇਤੀ ਕਰਵਾ ਰਹੇ ਹਨ। ਹੋਵੇ ਅੰਨ ਟੋਟ ਕਿਦਾਰਾ, ਖਲਵਾਰੇ ਬਹੁ ਲਗੇ ਅਪਾਰਾ। ਕਹਿੰਦੇ ਬੜੇ ਬੜੇ ਖਲਵਾੜੇ ਲੱਗੇ ਹੋਏ ਸੀ ਮਹਾਰਾਜ ਦੇ, ਬੜਾ ਅੰਨ ਹੋਇਆ, ਤੇ ਅੰਨ ਦੀ ਕਦੇ ਵੀ ਕਰਤਾਰਪੁਰ ਸਾਹਿਬ ਵਿੱਚ ਕਮੀ ਨਹੀਂ ਪੈਂਦੀ ਸੀ। ਦਰ ਲਓ ਕੋਠੇ ਪਰ ਘਰ ਸਾਰੇ, ਦੇਗ ਚਲਾਵਹਿ ਸਦਾ ਉਦਾਰੇ। ਮਹਾਰਾਜ ਜੀ ਕਰਤਾਰਪੁਰ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਲੰਗਰ ਚਲਾਉਂਦੇ ਸੀ, ਤੇ ਲੰਗਰ ਇੰਨਾ ਚੱਲਦਾ ਸੀ, ਕਹਿੰਦੇ ਕੋਠਿਆਂ ਦੇ ਦਰ ਤਾਈਂ, ਦਰਵਾਜ਼ਿਆਂ ਤਾਈਂ ਜਿਹੜੇ ਮਕਾਨ ਸਨ, ਉਹ ਸਾਰੇ ਦੇ ਸਾਰੇ ਅੰਨ ਦੇ ਨਾਲ ਹੀ ਭਰੇ ਹੋਏ ਸਨ। ਦੇਨ ਲਗੇ ਹੋਵਤ ਭਣ ਸਾਰਾ, ਜਾਪ ਨਿਸਾ ਲਵ ਕੋਟੇ ਹਾਰਾ। ਸਵੇਰ ਹੁੰਦਿਆਂ ਹੀ ਲੰਗਰ ਸ਼ੁਰੂ ਹੋ ਜਾਂਦਾ ਸੀ ਕਰਤਾਰਪੁਰ ਸਾਹਿਬ, ਸ਼ਾਮ ਤਾਈਂ, ਜਦੋਂ ਤਾਈਂ ਪੂਰਨ ਸੂਰਜ ਛਿਪ ਨਹੀਂ ਸੀ ਜਾਂਦਾ, ਉਦੋਂ ਸ਼ਾਮ ਤਾਈਂ ਲੰਗਰ ਚੱਲਦਾ ਹੀ ਰਹਿੰਦਾ ਸੀ। ਦੂਰ ਦੇਸ਼ ਤੇ ਨਰ ਮਿਲ ਬ੍ਰਿੰਦਾ, ਆਵੇ ਦਰਸ ਕਰੇ ਸੁਖ ਕੰਦਾ। ਬੜੇ ਬੜੇ ਦੇਸ਼ਾਂ ਚੋਂ, ਬੜੇ ਬੜੇ ਰਾਜਿਆਂ ਚੋਂ ਸਾਰੇ ਮਨੁੱਖ ਇਕੱਠੇ ਹੋ ਕੇ ਕਹਿੰਦੇ ਨੇ ਚਲੋ ਭਾਈ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਆਈਏ। ਬ੍ਰਹਮਚਾਰੀ ਜੈ ਬ੍ਰਿਆਗੀ ਗਿਆਨੀ, ਤਪੀ ਅਤੀਤ ਦਿਗੰਬਰ ਧਿਆਨੀ। ਬ੍ਰਹਮਚਾਰੀ, ਗਿਆਨੀ, ਵਿਰਾਗੀ, ਧਿਆਨੀ ਸਾਰੇ ਆਉਂਦੇ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ। ਜੋਗੀ ਪੰਡਤ ਬਹੁ ਸੰਨਿਆਸੀ, ਹਿੰਦੂ ਤੁਰਕ ਆਵੇ ਗੁਰ ਪਾਸੀ। ਜੋਗੀ, ਪੰਡਤ, ਗਿਆਨੀ, ਸੰਨਿਆਸੀ ਸਾਰੇ ਦੇ ਸਾਰੇ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਸੀ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਜ਼ਰੂਰ ਆਉਂਦੇ ਸਨ। ਰਾਏ ਰੰਗ ਜੋ ਧਾਰਿਆ ਬਿਲਾਖਾ, ਦਰਸ਼ਨ ਕਰੇ ਸੁਪੂਰੇ ਕਾਖਾ। ਇੱਕ ਵਿਚਿੱਤਰ ਗੱਲ ਹੋਰ ਵੀ ਹੁੰਦੀ ਸੀ, ਜਿਹੜੇ ਵੀ ਮਨੁੱਖ ਆਪਣੀਆਂ ਇੱਛਾਵਾਂ ਲੈ ਕੇ ਆਉਂਦੇ ਸਨ, ਮਹਾਰਾਜ ਉਹਨਾਂ ਦੀਆਂ ਇੱਛਾਵਾਂ ਵੀ ਜ਼ਰੂਰ ਪੂਰੀਆਂ, ਭਾਵੇਂ ਉਹ ਰਾਜਾ ਆਏ, ਭਾਵੇਂ ਰੰਕ ਆਏ, ਗਰੀਬ ਆਏ, ਬਿਲਕੁਲ ਮਹਾਰਾਜ ਉਹਨਾਂ ਦੀਆਂ ਇੱਛਾਵਾਂ ਪੂਰੀਆਂ। ਜਿਵੇਂ ਅੱਜ ਅਸੀਂ ਆਉਂਦੇ ਹਾਂ ਸਾਹਿਬ ਸ਼੍ਰੀ ਗੁਰੂ ਤੇਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ 'ਤੇ ਆਉਂਦੇ, ਕਿੰਨੇ ਹੀ ਮਨੁੱਖ ਨੇ ਜਿਹੜੇ ਪਹਿਲਾਂ ਅਰਦਾਸ ਕਰਾ ਜਾਂਦੇ ਨੇ, 6 ਮਹੀਨਿਆਂ ਵਿੱਚੋਂ ਸ਼ੁਕਰਾਨਾ ਕਰਨ ਆ ਜਾਂਦੇ ਨੇ। ਔਰ ਕਿੰਨਿਆਂ ਨੇ ਵੇਖ ਲਓ, ਪਹਿਲਾਂ ਮੁੰਡੇ ਬਾਹਰ ਜਾਣ, ਉਹਦੀ ਅਰਦਾਸ ਕਰਾਈ, ਫਿਰ ਪੱਕੇ ਹੋ ਜਾਣ, ਪੱਕੇ ਵੀ ਹੋ ਗਏ, ਫਿਰ ਅੱਗੇ ਹੋਰ ਗ੍ਰੀਨ ਕਾਰਡ ਮਿਲ ਜਾਏ, ਫਿਰ ਕੰਮ ਹੋ ਜਾਏ। ਦੇਖੋ ਗੁਰੂ ਸਾਹਿਬ ਨੇ ਨਹੀਂ ਕਦੀ ਕਿਹਾ, ਉਹ ਜਿਨ੍ਹਾਂ ਦੇ ਗ੍ਰੀਨ ਕਾਰਡ ਉਹਨਾਂ ਨੂੰ ਜਵਾਬ ਥੋੜੀ ਨਾ ਦੇ ਦਿੱਤਾ ਮਹਾਰਾਜ ਨੇ ਵੀ ਅੱਗੋਂ ਨਹੀਂ ਅਰਦਾਸ ਕਰਨੀ, ਨੇ ਆਓ ਦਿੰਦਾ ਦੇ ਲੈਂਦੇ ਥੱਕ, ਇਹਦੇ ਥੱਕ ਅਸੀਂ ਹੀ ਜਾਣਾ। ਤੇ ਗੁਰੂ ਤੇਗ ਬਹਾਦਰ ਸਿਮਰੀ ਹੈ, ਘਰ ਨੌ ਨਿਧ ਆਵੇ ਤਾਏ। ਮਹਾਰਾਜ ਨੇ ਨਹੀਂ ਥੱਕਣਾ, ਇਹ ਤੇ ਆਪਾਂ ਹੀ ਥੱਕ ਜਾਣਾ ਹੈ। ਆਪਾਂ ਹੀ ਕਹਿਣਾ ਵੀ ਰੱਬਾ ਹੁਣ ਰੋਟੀ ਖਾਧੀ ਨਹੀਂ ਜਾਂਦੀ, ਦੰਦ ਨਹੀਂ ਰਹੇ। ਇਹ ਮਨੁੱਖ ਦੇ ਹੀ ਦੰਦ ਚਲੇ ਜਾਂਦੇ ਨੇ, ਰੱਬ ਦੇ ਰੋਟੀ ਨੂੰ ਜਵਾਬ ਨਹੀਂ ਦਿੰਦਾ। ਅੱਖਾਂ ਹੀ ਥੱਕ ਜਾਂਦੀਆਂ ਨੇ, ਪਰਮਾਤਮਾ ਤੇ ਨਹੀਂ ਕਹਿੰਦਾ ਵੀ ਨਾ ਵੇਖ, ਇਹ ਤੇ ਲੱਤਾਂ ਹੀ ਥੱਕ ਜਾਣਗੀਆਂ, ਉਹਨੇ ਤੇ ਗੱਡੀਆਂ ਦਿੱਤੀਆਂ ਨੇ, ਘੁੰਮੀ ਫਿਰੋ। ਅਸਲ 'ਚ ਜੇ ਇੰਨਾ ਕੁਛ ਉਹਨੇ ਦੇ ਰਿਹਾ ਹੈ, ਥੋੜ੍ਹਾ ਜਿਹਾ ਮਨੁੱਖ ਨੂੰ ਉਹਦਾ ਨਾਮ ਵੀ ਜ਼ਰੂਰ ਲੈਣਾ ਚਾਹੀਦਾ ਹੈ। ਦੇ ਉਪਾਇਨ ਲੈ ਸੋ ਨਾਹੀ, ਕੀਰਤ ਪਸਰੀ ਸਭ ਭਵ ਮਾਹੀ। ਇਹ ਬੜੀ ਵਿਚਿੱਤਰ ਗੱਲ ਸੀ। ਬੜੇ ਲੋਕ ਮਹਾਰਾਜ ਨੂੰ ਭੇਟਾਵਾਂ ਦੇਣ ਆਉਂਦੇ ਸਨ, ਪਰ ਗੁਰੂ ਨਾਨਕ ਸਾਹਿਬ ਭੇਟਾ ਨਹੀਂ ਸੀ ਲੈਂਦੇ ਕਿਸੇ ਤੋਂ। ਬੜੇ ਲੋਕ ਕਹਿੰਦੇ ਮਹਾਰਾਜ ਸਾਡੀ ਭੇਟਾ ਸਵੀਕਾਰ ਕਰੋ, ਮਹਾਰਾਜ ਭੇਟਾ ਨਹੀਂ ਸਨ ਲੈ ਰਹੇ। ਫਿਰੇ ਕੇ ਪ੍ਰਾਂਤ ਮਹਾਲਨ ਭੂਲੀ, ਸਭ ਜਗ ਕਿਦੋਂ ਚੰਬੇਲੀ ਫੂਲੀ। ਕਹਿੰਦੇ ਐਵੇਂ ਸੁਣੋ ਵੀ ਇਹ ਕੀਰਤ ਐਵੇਂ ਸੀ, ਇਹ ਕੀਰਤੀ ਮਾਨੋ ਹੰਸਾਂ ਦੀ ਡਾਰ ਭੁੱਲੀ ਫਿਰਦੀ ਹੋਵੇ। ਇੰਨੀ ਕੀਰਤੀ ਫੈਲੀ, ਸਾਰਾ ਜਿਹੜਾ ਜਗਤ ਹੈ ਉਹ ਚੰਬੇਲੀ ਦੇ ਜਾਵੇਂ ਆ। ਜਿਵੇਂ ਹੰਸਾਂ ਦੀ ਡਾਰ ਚੰਬੇਲੀ ਦੇ ਰੁੱਖਾਂ 'ਤੇ ਪੈ ਜਾਂਦੀ ਹੈ, ਮਹਾਰਾਜ ਜੀ ਦੀ ਕੀਰਤੀ ਸਾਰੀ ਦੁਨੀਆ ਵਿੱਚ ਫੈਲ ਗਈ ਹੈ।
ਚੰਦ ਚੰਦਰਿਕਾ ਕਰ ਕਰ ਛਾਈ, ਜੈ ਕੈ ਪਾਰ ਨਾ ਪਾਇਓ ਜਾਈ। ਜਿਵੇਂ ਚੰਨ ਦੀ ਚਾਨਣੀ ਸਾਰੇ ਘਰਾਂ ਵਿੱਚ ਹੀ ਜਾਂਦੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਸਾਰੇ ਜਗਤ ਵਿੱਚ ਛਾਈ ਜਾ ਰਹੀ ਹੈ। ਸੁਨ ਕੈ ਸੁਜਾਸ ਹੋਤ ਮਨ ਚਾਉ, ਆਏ ਬਿਲੋਕੈ ਧਰ ਕੈ ਪਾਉ। ਜਿਹੜੇ ਜਿਹੜੇ ਵੀ ਸੁਣਦੇ ਸਨ ਬੜੀ ਖੁਸ਼ੀ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਆਇਆ ਕਰਦੇ ਸਨ। ਦੂਰ ਹੁਤੇ ਸਭ ਬਦ ਬਦ ਟੋਲਾ, ਵੈ ਸਮੀਪ ਸੁਖ ਲਹੈ ਅਮੋਲਾ। ਜਿਹੜੇ ਦੂਰ ਸਨ, ਜੰਗਲਾਂ ਦੇ ਰਾਹ ਸੀ, ਦੂਰੋਂ ਤੇ ਮਨੁੱਖ ਟੋਲੀਆਂ ਵਿੱਚ ਆਉਂਦੇ ਸਨ। ਜਿਹੜੇ ਨੇੜੇ ਰਹਿੰਦੇ ਸਨ ਉਹ ਰੋਜ਼ ਦੀ ਰੋਜ਼ ਹੀ ਮਹਾਰਾਜ ਦੇ ਦਰਸ਼ਨ ਕਰਿਆ ਕਰਦੇ ਸਨ। ਸ੍ਰੀ ਨਾਨਕ ਸਾਰੇ, ਹੁਕਮਾ ਕੇ ਜੁਤ ਸਰਬ ਉਚਾਰੇ। ਸ੍ਰੀ ਨਾਨਕ, ਗੁਰੂ ਨਾਨਕ ਐਵੇਂ ਹੀ ਉਪਮਾ ਕਰਦੇ ਨੇ ਸਾਰੇ। ਗੁਰੂ ਨਾਨਕ ਧੰਨ ਹੈ, ਗੁਰੂ ਨਾਨਕ ਧੰਨ ਹੈ, ਸਾਰੇ ਇਵੇਂ ਹੀ ਗਾਈ ਜਾ ਰਹੇ ਹਨ। ਏਕ ਸਮੈ ਸੰਗਤ ਬਹੁ ਆਈ, ਚੌਦੇਸ਼ ਤੇ ਕਛ ਗੁਣ ਨਾ ਜਾਈ। ਕਹਿੰਦੇ ਇੱਕ ਦਿਨ ਐਸਾ ਹੋਇਆ, ਬੜੀ ਸੰਗਤ ਆਈ। ਸੰਗਤ ਇੰਨੀ ਆ ਗਈ ਮਾਨੋ ਬਹੁਤ ਜ਼ਿਆਦਾ ਆ ਗਈ ਹੈ। ਕਈ ਹਜ਼ਾਰ ਨਗਰ ਕਰ ਤਾਰਾ, ਮਨ ਮਿਲੇ ਨ ਪਾਇਤ ਪਾਰਾ। ਕਹਿੰਦੇ ਭਾਈ ਸੰਤੋਖ ਜੀ ਕਹਿੰਦੇ ਹਜ਼ਾਰਾਂ ਦੀ ਗਿਣਤੀ 'ਚ ਹੀ ਸੰਗਤ ਆਈ ਹੈ। ਇੰਨੀ ਸੰਗਤ ਆ ਗਈ ਹੈ, ਇੱਕ ਦੂਜੇ ਨਾਲ ਮੇਲ ਨਹੀਂ ਹੋ ਰਿਹਾ ਕਿਸੇ ਦਾ। ਧਰੇ ਕਾਮਨਾ ਦਰਸ਼ਨ ਕਰਹੀ, ਤੇਰੇ ਸੰਸੇ ਮਨ ਬਾਸ਼ਦ ਪੁਰਹੀ। ਕਈ ਤੇ ਦਰਸ਼ਨ ਕਰ ਕਰਕੇ ਇੱਛਾਵਾਂ ਪੂਰੀਆਂ ਕਰਾਉਂਦੇ ਨੇ, ਕਈਆਂ ਦੇ ਮਨ ਵਿੱਚ ਸ਼ੰਕੇ ਵੀ ਨੇ, ਕੋਈ ਸਵਾਲ ਕਰਨਾ ਚਾਹੁੰਦਾ ਹੈ, ਕਈ ਆਪਣੇ ਸਵਾਲ ਵੀ ਪੂਰਨ ਕਰਾਈ ਜਾਂਦੇ ਹਨ। ਭਈ ਵਿਭਾਵਰ ਕੀਨ ਬਸੇਰਾ, ਪੁਰ ਕੇ ਚੌਦੇਸ਼ ਪਸਰਿਓ ਡੇਰਾ। ਰਾਤ ਦਾ ਸਮਾਂ ਹੋਇਆ, ਸਾਰਿਆਂ ਨੇ ਨਗਰ ਤੋਂ ਬਾਹਰ ਡੇਰੇ ਲਾ ਲਏ ਕਿ ਸੰਗਤ ਬਹੁਤ ਜ਼ਿਆਦਾ ਸੀ, ਪਿੰਡ ਵਿੱਚ ਨਾ ਰਹਿ ਸਕੀ। ਕਈਆਂ ਨੇ ਬਾਹਰ ਆਪਣੇ ਆਪਣੇ ਤੰਬੂ ਲਗਾ ਲਏ ਹਨ। ਤਬ ਹੀ ਘਟ ਕੁਮਰ ਘਿਰ ਆਈ, ਬਰਖਤ ਜਲ ਕੀ ਸ਼ੈ ਬਰ ਲਾਈ। ਨਾਲ ਦੀ ਨਾਲ ਬੱਦਲਾਂ ਦੀ ਘਟਾ ਚੜੀ, ਘਟਾ ਇੰਨੀ ਚੜੀ ਮੀਂਹ ਛੇਬਰ ਲੱਗ ਗਿਆ, ਝੜੀ ਜਲ ਥਲ ਹੋ ਗਈ, ਚਾਰੇ ਬੰਨੇ ਪਾਣੀ ਪਾਣੀ ਦਿਸਦਾ ਹੈ। ਬੀਤੀ ਨਿਸ ਪੁਨ ਪਾਪਨ ਸਾਰਾ, ਸਗਰੋ ਦਿਵਸ ਪਰਤ ਰਹਿ ਭਾਰਾ। ਰਾਤ ਤੇ ਬੀਤ ਗਈ, ਪਰ ਦਿਨ ਵਿੱਚ ਵੀ ਫਿਰ ਸਾਰਾ ਦਿਨ ਮੀਂਹ ਹੀ ਪੈਂਦਾ ਰਿਹਾ। ਔਰ ਨਾ ਹਟੀ ਬਿਤੇ ਦਿਨ ਦੋ, ਬਿਨ ਆਹਾਰ ਤੁਰ ਸਭ ਕੋ। 2 ਦਿਨ ਹੋ ਗਏ ਬਰਸਾਤ ਨਾ ਹਟੀ। ਜਿੰਨੇ ਵੀ ਉੱਥੇ ਨਰ ਨਾਰੀਆਂ ਸਨ, ਹਜ਼ਾਰਾਂ ਦੀ ਗਿਣਤੀ ਸਨ, ਸਾਰੇ ਦੇ ਸਾਰੇ ਆਪਣੇ ਰੋਟੀ ਖਾਣ ਤੋਂ ਵੀ ਵਿਆਕੁਲ ਹੋ ਗਏ ਹਨ। ਭੋਜਨ ਕਰਨ ਨਹੀਂ ਪਿਤ ਹੋਈ, ਭੁਖੀ ਬਹੁਤ ਕੋਈ ਸਭ ਲੋਈ। ਭੋਜਨ ਕਰਨ ਦਾ ਟਾਈਮ ਨਾ ਲੱਗਾ, ਸਾਰੀ ਲੋਕਾਈ ਭੁੱਖੀ ਸੀ, ਸਾਰੇ ਭੁੱਖ ਦੇ ਅੰਦਰ ਵਿਆਕੁਲ ਹੋ ਗਏ ਹਨ। ਅਵਸਰ ਕਰਨ ਨ ਪਾਏ ਆਹਾਰਾ, ਜੈ ਜੈ ਪਸਰ ਰਹਿਓ ਬਹੁਵਾਰਾ। ਭੋਜਨ ਕਰਨ ਦਾ ਮੌਕਾ ਹੀ ਨਾ ਮਿਲਿਆ, ਜਿੱਥੇ ਕਿਤੇ ਵੇਖਦੇ ਨੇ ਪਾਣੀ ਹੀ ਪਾਣੀ ਦਿਸ ਰਿਹਾ ਹੈ। ਸ੍ਰੀ ਗੁਰ ਤਖਤ ਰਮਸਾਲ ਮਝਾਰੀ, ਬੈਠੇ ਹੁੰਦੇ ਭੀੜ ਤੈ ਭਾਰੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧਰਮਸ਼ਾਲਾ 'ਚ ਬੈਠੇ ਸੀ, ਭਾਵ ਗੁਰਦੁਆਰੇ ਦੇ ਵਿੱਚ ਬੈਠੇ ਸੀ। ਅੱਧੇ ਕੁ ਮਨੁੱਖ ਮਹਾਰਾਜ ਜੀ ਦੇ 4 ਚੁਫੇਰੇ ਭੀੜ ਲਗਾ ਕੇ ਬੈਠੇ ਹਨ। ਦੋਹਰਾ ਸ੍ਰੀ ਚੰਦ ਲక్ష్ਮੀ ਚੰਦ ਪ੍ਰੀਤ, ਲੈਣਾ ਅਰ ਨਰ ਬ੍ਰਿੰਦ। ਮਹਾਰਾਜ ਜੀ ਦੇ ਨੇੜੇ ਬੈਠੇ ਨੇ ਮਹਾਰਾਜ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲక్ష్ਮੀ ਚੰਦ ਜੀ, ਦੋਵੇਂ ਭਰਾ ਬੈਠੇ ਨੇ। ਨਾਲ ਭਾਈ ਲਹਿਣਾ ਜੀ ਬੈਠੇ ਨੇ, ਨਾਲ ਹੋਰ ਵੀ ਕਈ ਮਨੁੱਖ ਬੈਠੇ ਹਨ। ਬੈਠੇ ਸਰਬ ਸਮੀਪ ਹੀ, ਮਦ ਬੇਦੀ ਕੁਲ ਚੰਦ। ਮਹਾਰਾਜ ਜੀ ਉਹਨਾਂ ਸਾਰਿਆਂ ਦੇ ਵਿੱਚ ਬੈਠੇ ਹਨ। ਚੌਪਈ ਸਭ ਸੰਗਤ ਕੋ ਭੂਖ ਵਿਸਾਲਾ, ਵਿਆਪੀ ਵੀਰਾ ਲਖੀ ਕਿਰਪਾਲਾ। ਸਾਰੀ ਸੰਗਤ ਨੂੰ ਭੁੱਖ ਬੜੀ ਲੱਗੀ ਹੈ, ਮਹਾਰਾਜ ਨੇ ਪੀੜਾ ਜਾਣ ਲਈ। ਸੰਗਤ ਭੁੱਖ ਦੇ ਨਾਲ ਵਿਆਕੁਲ ਹੋ ਰਹੀ ਹੈ। ਸ੍ਰੀ ਚੰਦੇ ਕੋ ਆਇ ਸਕੀਨੰ, ਬਰਖਾ ਹੋਤ ਬਿਤੇ ਦਿਨ ਤੀਨੰ। ਮਹਾਰਾਜ ਜੀ ਨੇ ਆਗਿਆ ਕੀਤੀ ਬਾਬਾ ਸ਼੍ਰੀ ਚੰਦ ਜੀ, ਬਾਬਾ ਸ਼੍ਰੀ ਚੰਦ ਜੀ ਬੇਟਾ ਜੀ 3 ਦਿਨ ਹੋ ਗਏ ਨੇ,
बड़ी ज़्यादा बरखा हो रही है। भई छुदा तुर संगत पूरी, उठो तात की जय कृत रूरी। महाराज कहते बेटा संगत बड़ी भुख लगी है, संगत सारी भुख दे नाल बिलख रही है। तर किकर के वैर जो टांडे, छाड़ी ऊपर झूणो गए काटे। कहते बेटा तू एवें कर, बाहर जरा कीकर खड़ा है ना अपने घर दे, ओदे उत्ते चढ़ो, ओदे उत्ते चढ़ के वो कीकर नूं हिलाओ। अनेक प्रकार हार सो गिरही, संगत खाए छुदा को हरही। कहते जो तू हिलाएगा ਉਹਦੇ ਤੋਂ ਪਦਾਰਥ ਡਿੱਗਣਗੇ, ਜੇ ਪਦਾਰਥ ਡਿੱਗਣਗੇ ਸਾਰੀ ਸੰਗਤ ਛਕ ਲੇਗੀ ਤੇ ਸੰਗਤ ਬਹੁਤ ਉਹਨਾਂ ਨੂੰ ਭੁੱਖ ਜਿਹੜੀ ਮਿਟ ਜਾਏਗੀ। ਔਰ ਜਗੈ ਬਰਖਾ ਹਟ ਜੈ, ਹੋਏ ਸੁਖੀ ਤਬ ਸਦਨ ਸਿਧੈ। ਜਦੋਂ ਵਰਖਾ ਹਟੇਗੀ ਸਾਰੇ ਦੇ ਸਾਰੇ ਸੁਖੀ ਹੋ ਕੇ ਆਪਣੇ ਘਰਾਂ ਵਿੱਚ ਚਲੇ ਜਾਣਗੇ। श्री चंद बाणी सुन तब पाही, पित के बाच प्रतीत जिस नाही। ਸ਼੍ਰੀ ਚੰਦ ਜੀ ਨੇ ਕਿਉਂਕਿ ਉਹਨਾਂ ਦੇ ਦਿਲ ਵਿੱਚ ਪ੍ਰੀਤ ਨਹੀਂ ਗੁਰੂ ਦੇ ਪ੍ਰਤੀ, ਉਹਨਾਂ ਨੇ ਫਿਰ ਐਸੀ ਬਾਣੀ ਕਹੀ ਹੈ। भेट पर संग असन किन लायो, अवलोक्यो न किसो सुनायो। ਕਹਿੰਦੇ ਪਿਤਾ ਜੀ ਰੁੱਖਾਂ ਨੂੰ ਕਿੰਨੇ ਲਾਇਆ ਹੈ, ਰੁੱਖਾਂ ਨੂੰ ਕਿੰਨੇ ਪਦਾਰਥ ਲਾਏ ਨੇ, ਕਿਹੜੀ ਗੱਲ ਤੁਸੀਂ ਕਰ ਰਹੇ ਹੋ, ਮੈਂ ਤੇ ਆਪਣੀ ਸੁਣੀ ਨਹੀਂ ਤੇ ਨਾ ਹੀ ਮੈਂ ਆਪਣੀ ਅੱਖਾਂ ਦੇ ਨਾਲ ਐਸੀ ਚੀਜ਼ ਕਦੇ ਵੇਖੀ ਹੈ। पूरब कभी न होई ऐसे, आप बचन भाखत हो जैसे। ਮਹਾਰਾਜ ਜੀ ਜਿਹੜੇ ਬਚਨ ਤੁਸੀਂ ਕਹਿ ਰਹੇ ਹੋ ਇਹੋ ਜਿਹਾ ਕਦਾ ਨਹੀਂ ਹੋਇਆ ਜ਼ਿੰਦਗੀ 'ਚ, ਇਹੋ ਜਿਹਾ ਕਦੇ ਨਹੀਂ ਹੋਇਆ। सिद्ध मुनि अर्जे अवतारा, किन्हु असने बचन उचारा। ਕਹਿੰਦੇ ਮਹਾਰਾਜ ਜੀ ਬੜੇ ਬੜੇ ਸਿੱਧ ਹੋਏ ਨੇ, ਮੁਨੀ ਹੋਏ ਨੇ, ਅਵਤਾਰ ਹੋਏ ਦੁਨੀਆ ਤੇ, ਉਹਨਾਂ ਦੇ ਕਦੀ ਨਹੀਂ ਐਵੇਂ ਕਿਹਾ। ਇਹ ਤੁਸੀਂ ਕੀ ਬਚਨ ਕਰ ਰਹੇ ਹੋ? ज्यों विपरीत आप फुरमावो, हौ ना करो नर बीच लजाओ। ਮਹਾਰਾਜ ਜੀ ਜਿਹੜੀ ਆ ਜਿਹੜਾ ਕੰਮ ਤੁਸੀਂ ਮੈਨੂੰ ਦੱਸ ਰਹੇ ਹੋ ਮੈਂ ਨਹੀਂ ਕਰਨਾ, ਮੈਂ ਲੋਕਾਂ ਵਿੱਚ ਸ਼ਰਮਿੰਦਾ ਹੋਣਾ। ਤੇ ਬਾਬਾ ਸ਼੍ਰੀ ਚੰਦ ਜੀ ਜਾਣਦੇ ਨਹੀਂ ਮਹਿਮਾ, ਕਿਉਂਕਿ ਘਰ ਦੇ ਅੰਦਰ ਕੋਈ ਵਿਰਲੇ ਮਨੁੱਖ ਹੁੰਦੇ ਨੇ। ਅੱਗੇ ਗੁਰਿਆਈ ਭਾਵੇਂ ਘਰ ਦੇ ਵਿੱਚ ਚੱਲੀ ਹੈ, ਪਰ ਘਰ ਦੇ ਵਿੱਚ ਕੋਈ ਗੁਣਵਾਨ ਹੋਏ ਉਹਨੂੰ ਘੱਟ ਹੀ ਲੋਕ ਪਛਾਣਦੇ ਹੁੰਦੇ। ਘਰ ਕਾ ਜੋਗੀ ਜੋਗੜਾ ਕਹਿੰਦੇ ਨੇ ਲੋਕ, ਬਾਹਰ ਦਾ ਜੋਗੀ ਸਿੱਧ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਨੇ, ਭਾਵੇਂ ਘਰ ਦੇ ਵਿੱਚ ਨੇ, ਪਰ ਜਾਣਦੇ ਨਹੀਂ, ਆਪਣੇ ਪਿਤਾ ਦੀ ਮਹਿਮਾ ਨਹੀਂ ਜਾਣਦੇ। ਕਹਿੰਦੇ ਪਿਤਾ ਜੀ ਮੈਂ ਸ਼ਰਮਿੰਦੇ ਨਹੀਂ ਹੋਣਾ, ਰੁੱਖਾਂ ਦੇ ਕਦੀ ਨਹੀਂ ਫਲ ਲੱਗੇ, ਰੁੱਖਾਂ ਦੇ ਕਦੀ ਨਹੀਂ ਆਹਾਰ ਲੱਗੇ, ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਰਾਂਗਾ। जान्यो तात प्रतीत बहीना, प्रभ तब दुतिए संग बच कीना। ਮਹਾਰਾਜ ਜੀ ਨੇ ਸਮਝ ਲਿਆ ਵੀ ਇਹਦੇ ਦਿਲ ਵਿੱਚ ਪਿਆਰ ਨਹੀਂ, ਇਹ ਭਰੋਸਾ ਨਹੀਂ ਹੈ ਇਹਦੇ ਦਿਲ 'ਚ ਮੇਰੇ ਤੇ, ਜੋ ਕੁਝ ਮੈਂ ਕਹਿ ਰਿਹਾ ਇਹ ਜਾਣਦਾ ਨਹੀਂ। ਜਿਵੇਂ ਇਵੇਂ ਸਮਝ ਲਵੋ ਭਾਈ, ਇੱਕ ਵਾਰੀ ਕਹਿੰਦੇ ਇੱਕ ਸਿੱਖ ਸੀ ਗੁਰੂ ਅੰਗਦ ਦੇਵ ਜੀ ਦੇ ਸਮੇਂ, ਬਸ ਇਹ ਕਹਿ ਕੇ ਆਪਾਂ ਇਸ ਤੋਂ ਬਾਅਦ ਕੱਲ੍ਹ ਨੂੰ ਅੱਗੇ ਕਥਾ ਆਰੰਭ ਕਰਾਂਗੇ। ਉਹ ਕਿਹਾ ਕਰਦਾ ਸੀ ਦਰਬਾਰ ਦੇ ਵਿੱਚ ਵੀ ਜੇ ਜੋ ਕੁਝ ਗੁਰੂ ਅੰਗਦ ਦੇਵ ਜੀ ਕਹਿਣਗੇ ਮੈਂ ਉਹ ਕਰਨਾ, ਤੁਹਾਡੇ ਆਖਿਆ ਨਹੀਂ ਕਰਨਾ। ਬਾਬਾ ਬੁੱਢਾ ਜੀ ਨੇ ਵੀ ਕਹਿਣਾ ਉਹਨੇ ਨਾ ਕਰਨਾ। ਇੱਕ ਦਿਨ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਨੂੰ ਜਾਣਦੇ ਸੀ, ਕਹਿੰਦੇ ਭਾਈ ਜਾ ਬਾਹਰ ਜੰਗਲ ਦੇ ਵਿੱਚ ਚਿੱਠਾ ਜਲਾ ਜਾ ਕੇ ਸੜ ਜਾ। ਕਹਿੰਦਾ ਸੀ ਜੋ ਗੁਰੂ ਜੀ ਕਹਿਣਗੇ ਮੈਂ ਕਰਾਂਗਾ। ਚਲਾ ਗਿਆ ਬਾਹਰ ਜਾ ਕੇ, ਹੁਣ ਚਿੱਠਾ ਵੀ ਲਾ ਲਈ, ਹੁਣ ਸੜਨ ਨੂੰ ਕਿਹਦਾ ਦਿਲ ਕਰੇ, ਕਹਿ ਤੇ ਬੈਠਾ ਵੀ ਜੋ ਗੁਰੂ ਕਹੇਗਾ ਉਹ ਕਰਾਂਗਾ। ਉਧਰੋਂ ਚੋਰ ਭੱਜਿਆ ਆ, ਗੁਰਸੂਰਜ ਪ੍ਰਕਾਸ਼ ਸਾਖੀ ਹੈ। ਚੋਰ ਕਹਿੰਦਾ ਕਿਉਂ ਉਦਾਸ ਖਲੋਤਾ ਹੈ? ਕਹਿੰਦੇ ਗੁਰੂ ਨੇ ਕਿਹਾ ਹੈ ਵੀ ਆ ਜਿਹੜੀ ਚੀਖਾ ਦੇ ਵਿੱਚ ਸੜ ਜਾ, ਤੇ ਮੈਂ ਤੇ ਨਹੀਂ ਸੜ ਸਕਦਾ। ਚੋਰ ਕਹਿੰਦਾ ਫਿਰ ਐਵੇਂ ਕਰੀ, ਉਹਨੇ ਵੀ ਗੁਰੂ ਦੀ ਮਹਿਮਾ ਜਾਣਦਾ ਸੀ। ਕਹਿੰਦੇ ਐਵੇਂ ਕਰ, ਆ ਮੇਰੇ ਕੋਲ ਸੋਨਾ ਹੈ, ਤੂੰ ਲੈ ਲਾ, ਆ ਬਚਨ ਮੈਨੂੰ ਦੇ ਦੇ, ਵਪਾਰ ਕਰ ਲਾ ਬਚਨ ਦਾ। ਕਹਿੰਦੇ ਠੀਕ ਹੈ। ਉਹਨੇ ਸੋਨਾ ਲੈ ਲਿਆ, ਚੋਰ ਨੇ ਵਿੱਚ ਛਾਲ ਮਾਰੀ। ਵਿਵਾਨ ਲੈਣ ਲਈ ਉਹਨੂੰ ਆਇਆ। ਆਪਾਂ ਤਾਂ ਕਈ ਮੰਨਦੇ ਨਹੀਂ ਵਿਵਾਨ ਕੀ ਹੁੰਦਾ, ਕਿਉਂਕਿ ਆਉਂਦਾ ਘੱਟ ਜਣਿਆਂ ਨੂੰ ਲੈਣ, ਹਰੇਕ ਕਿਸੇ ਨੂੰ ਤੇ ਆਉਂਦਾ ਨਹੀਂ। ਹੁਣ ਕਈ ਕਹਿੰਦੇ ਨੇ ਸੰਤ ਹੁੰਦੇ ਨਹੀਂ, ਕਰਾਮਾਤਾਂ ਹੁੰਦੀਆਂ ਨਹੀਂ।
ਹੁਣ ਕਰਾਮਾਤਾਂ ਹੈ ਹੀ ਵਿਰਲਿਆਂ ਕੋਲ ਨੇ। ਉਹ ਕਰੋੜਾਂ ਅਰਬਾਂ ਦੇ ਵਿੱਚ ਇੱਕ ਅੱਧੇ ਕੋਲ ਹੁੰਦੀ ਹੈ, ਉਹ ਹੀ ਵਿਖਾਉਂਦਾ ਨਹੀਂ। ਫਿਰ ਇਹ ਤੇ ਇੱਥੋਂ ਦੇ ਉਹਨਾਂ ਦੀ ਗੱਲ ਵੀ ਠੀਕ ਹੈ ਵੀ ਹੁੰਦੀਆਂ ਨਹੀਂ। ਆਪਣੇ ਆਪ ਨਾ ਦੇ ਚੁਰੂ ਪਰ ਭਾਨੀ ਤੇ ਨਿੰਦੇ ਜੇ ਗੰਗਾ ਆਨੀ। ਆਪਣੇ ਕੋਲ ਤਾਂ ਕੁਝ ਹੈ ਨਹੀਂ, ਹੁਣ ਨਿੰਦਣਾ ਹੀ ਰਹਿ ਜਾਂਦਾ ਉਹਨਾਂ ਕੋਲ, ਹੋਰ ਤੇ ਕੁਝ ਹੁੰਦਾ ਨਹੀਂ। ਗਿਆਨ ਤੋਂ ਵਹੀਣਾ ਮਨੁੱਖ ਨਿੰਦ ਹੀ ਸਕਦਾ, ਹੋਰ ਤੇ ਕੁਝ ਨਹੀਂ ਕਰ ਸਕਦਾ। ਕਹਿੰਦੇ ਉਹਨੂੰ ਕੀ ਹੋਇਆ, ਚੋਰ ਨੇ ਦੇ ਦੇ, ਉਹ ਬੜਾ ਖੁਸ਼ ਹੋਇਆ, ਬੜਾ ਪੈਸਾ ਮਿਲ ਗਿਆ, ਨਾਲੇ ਗੁਰੂ ਦਾ ਬਚਨ ਵੇਚਤਾ। ਘਰ ਆਇਆ, ਰਾਜੇ ਨੂੰ ਪਤਾ ਲੱਗਿਆ ਵੀ ਸੋਨਾ ਇਹਨੇ ਚੋਰੀ ਕੀਤਾ, ਜਾ ਕੇ ਸੂਲੀ ਟੰਗਤਾ। ਕਹਿੰਦੇ ਇਹ ਗੱਲ ਹੁੰਦੀ ਹੈ, ਗੁਰੂ ਜੋਗ ਜੋ ਗੁਰ ਕਹੈ ਸੋਈ ਭਲ ਮਾਨੋ, ਇਹ ਬਾਣੀ ਕਹਿੰਦੀ। ਸੋ ਮਹਾਰਾਜ ਜੀ ਜਿਹੜੀ ਮਹਾਰਾਜ ਨੇ ਵੇਖਿਆ ਵੀ ਇਹਦੇ ਕੋਲ ਭਰੋਸਾ ਨਹੀਂ ਹੈ। ਬਾਕੀ ਜਿਹੜੀ ਅਗਲੀ ਕਥਾ ਅਗਲੇ ਪੁੱਤ ਨੂੰ ਕਹਿੰਦੇ ਨੇ, ਹੁਣ ਕੱਲ੍ਹ ਨੂੰ ਮਹਾਰਾਜ ਲక్ష్ਮੀ ਚੰਦ ਜੀ ਨੂੰ ਕਹਿਣਗੇ। ਫਿਰ ਇਹਨੇ ਭਾਈ ਲਹਿਣਾ ਜੀ ਦਾ ਨੰਬਰ ਆਉਂਦਾ, ਉਹ ਕੀ ਕਹਿੰਦੇ ਨੇ, ਕਿਉਂਕਿ ਲਹਿਣਾ ਜੀ ਤੇ ਸੇਵਾਦਾਰ ਨੇ, ਗੁਰੂ ਅੰਗਦ ਦੇਵ ਜੀ ਬਣਨਾ ਉਹਨਾਂ। ਫਿਰ ਕੱਲ੍ਹ ਨੂੰ ਉਹਨਾਂ ਦੀ ਸਾਖੀ ਜਿਹੜੀ ਅੱਗੇ ਚੱਲੇਗੀ। ਕਿਰਪਾ ਕਰਨ ਮਹਾਰਾਜ ਆਪ ਜੀ ਦੇ ਦਿਲਾਂ ਵਿੱਚ ਪ੍ਰੇਮ ਦੀ ਦਾਤ, ਗੁਰਬਾਣੀ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਣ। ਐਵੇਂ ਹੀ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਦਾ ਹਰ ਜਸ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਗੁਰੂ ਦੀਆਂ ਕਹਾਣੀਆਂ, ਗੁਰੂ ਦੀਆਂ ਸਾਖੀਆਂ ਰੋਜ਼ ਸੁਣ ਕੇ ਆਪਣੇ ਮਨ ਦੇ ਵਿੱਚ ਚੈਨ ਉਪਜਦਾ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।